खालिस्तान खालिस्तान। इस देश ਨੂੰ RSS ਔਰ ਜਿਹੜੇ ਲੋਕ ਕੁਰਸੀਆਂ ਦੇ ਭੁੱਖੇ ਨੇ ਉਹਨਾਂ ਦੇ ਵਿੱਚ ਭਾਵੇਂ ਸਾਡੇ ਬਾਦਲ ਵੀ ਆ, ਉਹ ਵੀ ਇਹਨਾਂ ਦੇ ਨਾਲ ਨੇ ਔਰ ਉਹ ਨਾਲ ਹੋ ਕੇ ਇਸ ਜਿਹੜੇ ਘੱਟ ਗਿਣਤੀ ਆ ਸਾਡੇ ਜਿਹੜੇ ਆਪਣਾ ਹੀ ਸਾਡਾ ਦੱਸਦਾ ਪਿਆ ਖਵਾੜੇ ਨੂੰ, ਉਹੀ ਸਾਡਾ ਵਡਾਂਗਾ ਕਰ ਰਿਹਾ। ਦੇਖੋ ਜਿਹੜੇ ਮੁਸਲਮਾਨ ਦੇਸ਼ ਹੁੰਦੇ ਆ, ਕਦੀ ਮੁਸਲਮਾਨਾਂ ਦੇ ਦੇਸ਼ ਵਿੱਚ ਮੁਸਲਮਾਨਾਂ ਦਾ ਕਤਲੇਆਮ ਨਹੀਂ ਹੋਇਆ। ਕਦੀ ਈਸਾਈਆਂ ਦੇ ਦੇਸ਼ ਵਿੱਚ ਜਿੱਥੇ ਈਸਾਈਆਂ ਦਾ ਰਾਜ ਭਾਗ ਆ ਉੱਥੇ ਈਸਾਈਆਂ ਦਾ ਕਤਲੇਆਮ ਨਹੀਂ ਹੋਇਆ। ਜਿੱਥੇ ਕਾਮਰੇਡ ਆ, ਜਿੱਥੇ ਕਾਮਰੇਡਾਂ ਦਾ ਰਾਜ ਆ, ਕਦੀ ਉਹਨਾਂ ਦੇ ਦੇਸ਼ ਵਿੱਚ ਕਾਮਰੇਡਾਂ ਦਾ ਕਤਲੇਆਮ ਨਹੀਂ ਹੋਇਆ। ਜਿਹੜੇ ਲੋਕ ਰਾਜ ਕਰਦੇ ਹੁੰਦੇ ਆ, ਜਿਹੜੀ ਕੌਮ ਜਿਹੜੀ ਵਿਚਾਰਧਾਰਾ ਦੇ ਲੋਕ ਰਾਜ ਕਰਦੇ ਹੁੰਦੇ ਆ, ਉਹਨਾਂ ਨੂੰ ਆਜ਼ਾਦੀ ਤਾਂ ਲੱਗਦੀ ਹੁੰਦੀ ਆ ਕਿਉਂਕਿ ਉਹ ਸੱਤਾ ਤੇ ਕਾਬਜ ਹੁੰਦੇ ਆ। ਪਰ ਜਿਹੜੇ ਲੋਕਾਂ ਦੇ ਹੱਕ ਹਕੂਕ, ਧਾਰਮਿਕ ਹੱਕ, ਸਮਾਜਿਕ ਹੱਕ, ਸੰਵਿਧਾਨਕ ਹੱਕ ਜਿਹੜੇ ਲੁੱਟੇ ਜਾਂਦੇ ਆ, ਜਿਹੜੇ ਲੋਕਾਂ ਦੇ ਧਾਰਮਿਕ ਸਥਾਨ ਤੋੜੇ ਜਾਂਦੇ ਆ, ਜਿਹੜੇ ਲੋਕਾਂ ਦੀਆਂ ਧੀਆਂ ਭੈਣਾਂ ਦੇ ਨਾਲ ਰੇਪ ਹੁੰਦੇ ਆ, ਜਿਹੜੇ ਲੋਕਾਂ ਦੀ ਕਿਸਾਨੀ ਖਤਮ ਕਰ ਦਿੱਤੀ ਜਾਂਦੀ ਆ, ਜਿਹੜੇ ਲੋਕਾਂ ਦੇ ਜਿਹੜੀਆਂ ਕੌਮਾਂ ਦੇ ਨੌਜਵਾਨ ਜੇਲ੍ਹਾਂ 'ਚ 25-25 ਸਾਲ ਤੋਂ ਬੰਦ ਵਾ, ਉਹ ਜਿਹੜੇ ਲੋਕ ਆ ਕਦੀ ਵੀ ਆਜ਼ਾਦੀ ਨਹੀਂ ਮਾਣਦੇ ਹੁੰਦੇ। ਵਾਈ ਵੀ ਸ਼ੁੱਡ ਦੀ ਸੈਲੀਬ੍ਰੇਟ ਦੀ ਇੰਡੀਪੈਂਡੈਂਸ ਡੇ। ਅਸੀਂ ਇੰਡੀਪੈਂਡੈਂਸ ਡੇ ਕਦੇ ਵੀ ਆਜ਼ਾਦੀ ਦੇ ਤੌਰ ਤੇ ਨਹੀਂ ਮਨਾ ਸਕਦੇ ਕਿਉਂਕਿ ਇਸ ਦੇਸ਼ ਦੇ ਵਿੱਚ ਆਜ਼ਾਦੀ ਦੇ ਮਾਇਨੇ ਜਿਹੜੇ ਅੱਜ ਤੱਕ ਪੂਰੇ ਨਹੀਂ ਹੋਏ। ਕਦੀ ਕਿਸੇ ਹਿੰਦੂ ਵੀਰ ਨੇ ਆਪਣੇ ਹਿੰਦੂ ਨੌਜਵਾਨ ਨੂੰ ਜੇਲ੍ਹ 'ਚੋਂ ਆਜ਼ਾਦ ਕਰਾਉਣ ਲਈ ਇੱਦਾਂ ਪ੍ਰੋਟੈਸਟ ਕੀਤਾ? ਨਹੀਂ ਕੀਤਾ। ਇਹ ਹੁੰਦੀਆਂ ਗੁਲਾਮੀ ਦੀਆਂ ਨਿਸ਼ਾਨੀਆਂ। ਤੇ ਹੁਣ ਮੇਰਾ ਸਵਾਲ ਆ, ਗੈਰ ਕਾਨੂੰਨੀ ਉਹ ਜੱਜ ਵਾ, ਗੈਰ ਕਾਨੂੰਨੀ ਉਹ ਲੋਕ ਆ ਜਿਹੜੇ ਰਾਜ ਕਰ ਰਹੇ ਆ, ਗੈਰ ਕਾਨੂੰਨੀ ਉਹ ਆਫੀਸਰ ਆ ਜਿਹੜੇ ਨੌਜਵਾਨਾਂ ਨੂੰ ਘਰਾਂ 'ਚੋਂ ਚੱਕ ਕੇ UAPA ਲਾ ਕੇ ਉਹਨਾਂ ਨੂੰ ਜੇਲ੍ਹਾਂ 'ਚ ਡੱਕ ਰਹੇ ਆ, ਕਿ ਗੈਰ ਕਾਨੂੰਨੀ ਉਹ ਲੋਕ ਆ ਜਿਹੜੇ ਆਪਣੇ ਸੰਵਿਧਾਨਕ ਤੌਰ ਤੇ ਜਮਹੂਰੀਅਤ ਤੌਰ ਤੇ ਪ੍ਰੋਟੈਸਟ ਕਰ ਰਹੇ ਆ, ਆਪਣੀ ਵਿਚਾਰਧਾਰਾ ਦੀ ਗੱਲ ਰੱਖ ਰਹੇ ਆ। ਮੁੰਬਈ ਦੇ ਵਿੱਚ ਤਾਜ ਮਹਿਲ ਦੇ ਉੱਪਰ ਹਮਲਾ ਕੀਤਾ ਗਿਆ, ਉਸ ਵੇਲੇ ਜਦੋਂ ਕਸਾਬ ਫੜਿਆ ਉਹਦੇ ਖਿਲਾਫ ਵਰਤਿਆ ਗਿਆ। ਪਠਾਨਕੋਟ 에ਅਰਬੇਸ ਦੇ ਉੱਪਰ ਜਿਹੜਾ ਹਮਲਾ ਹੋਇਆ ਉਦੋਂ ਇਹ ਕਾਨੂੰਨ ਵਰਤਿਆ ਗਿਆ। ਪਰ ਇਹ ਕਾਨੂੰਨ ਆਪਣਿਆਂ ਦੇ ਉੱਪਰ, ਜੇ ਫਰੀडम ਆਫ ਸਪੀਚ ਆ, ਜੇ ਮੈਨੂੰ ਆਪਣੇ ਆਜ਼ਾਦੀ ਆ ਬੋਲਣ ਦੀ, ਮੈਨੂੰ ਆਪਣੇ ਧਰਮ ਦੀ ਆਜ਼ਾਦੀ ਆ, ਤਾਂ ਫਿਰ ਜੇ ਮੈਂ ਆਪਣੇ ਵਿਚਾਰ ਜੇ ਰੱਖਦਾ ਆ ਸੰਵਿਧਾਨ ਦੇ ਤਹਿਤ ਰੱਖ ਕੇ, ਫਿਰ ਮੈਨੂੰ ਦੇਸ਼ ਧਰੋਹ ਕਿੱਦਾਂ ਮੈਨੂੰ ਮੰਨ ਲਿਆ ਜਾਂਦਾ, ਮੇਰੇ ਉੱਪਰ ਕਿੱਦਾਂ UAPA ਲਾਇਆ ਦਿੱਤਾ ਜਾਂਦਾ। जय भारत साथियों, अज सारे किहड़े साथी आपां इकट्ठे होए हाँ। ये 15 अगस्त ते असी ब्लैक डे मना रहे हाँ। ये ब्लैक डे असी क्यों मना रहे हाँ, तुहानूं थोड़ा जिहा 2 मिनट लई तुहानूं चानना पाउणा चाहुंदा हाँ। कोई किहड़े लोग कहंदे आपां आज़ाद हो चुके हाँ, आपां तां आज़ाद होए नहीं हो। आज़ाद आपां इस करके नहीं होए, मंदिरां दे विच रेप हो रहे आ, मस्जिदां ढाईआं जा रहीआं आ, है 22 करोड़ लोग भुखे सौ रहे आ, है सारा ही इंडिया बेचिया जा रहा मोदी सरकार वालों। BSNL बेची जा रही आ, सारे ही बड़ी कंपनियां बेचिया जा रही हैं, बिजली घर बेचे जा रहे आ, सारा देश बेचता, रेलवे स्टेशन बेचते आ, ते लोकी फिर कही जा रहे आ कि हले देश बिकिया नहीं। वो सारा कुछ तो मोदी सरकार ने बेचता आ। तो दिन पर दिन लोगों के अत्याचार हो रहे आ, बच्चों के जुल्म हो रहे आ, लोग भुखे सौ रहे आ। ये सारी मोदी सरकार हैगी आ, ये कांग्रेस हो गई या BJP हो गई, ये छोटियां घट गिनतियां कौमां दे उपर अत्याचार कर रही आ। मैं ये सरकारां नूं कहना चाहुंदा आ, ये लोकी साडे समझ चुके आ, साडी सारी संस्थावां इकट्ठियां होण लग पईआं आ। ये थोड़े चिर दे विच ये इंडिया दे विच रिजल्ट मिलूगा। जिहड़ी RSS हैगी, बामर कौम हैगी आ, ये नठदियां नूं बाण, थोड़ा टाइम रह के नठां नूं बाण लग जाना, नठ जाना फटाफट इन्हां ने। इन्हां कहंदा जय भीम जय भारत, वाहिगुरू जी का खालसा वाहिगुरू जी की फतेह। सो धन्नवाद मिस्टर लक्की चंदन जी का अत्याचार विरोधी फ्रंट तो बहुत बहुत धन्नवाद। सिंह अमन गुरु रविदास टाइगर फोर्स तो भी आए ने, उन्होंने भी धन्नवाद। जो ਬਾਬਾ ਸਾਹਿਬ ਟਾਈਗਰ ਫੋਰਸ ਤੋਂ ਸਿੰਘ ਅਮਨ, ਬਾਬਾ ਸਾਹਿਬ ਟਾਈਗਰ ਫੋਰਸ ਤੋਂ ਸਿੰਘ ਅਮਨ। विकास हंस जी वाल्मीकि रक्षा समिति तो वो भी साढ़े कोल आए ने, जो भी अपनी गल रखना चाहते हैं तो इत्थे आके अपनी गल जिहड़ी कर सकते हैं। सिंह अमन बाबा साहिब टाइगर फोर्स तो साढ़े कोल आए ने। तो इस तो बाद मैं बेनती करदा हाँ भाजी
ਲਵਲੀ ਹੁਣਾਂ ਨੂੰ ਉਹ ਆਪਣੀ ਗੱਲ ਜਿਹੜੀ 2-4 ਮਿੰਟਾਂ ਦੇ ਵਿੱਚ ਰੱਖਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਪੂਰੇ ਪੰਜਾਬ ਦੇ ਵਿੱਚ ਦਲ ਖਾਲਸਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਯੂਨਾਈਟਿਡ ਅਕਾਲੀ ਦਲ ਵੱਲੋਂ ਜਿਹੜਾ ਇਹ 15 ਅਗਸਤ ਕਾਲੇ ਦਿਨ ਵਜੋਂ ਮਨਾਇਆ ਜਾ ਰਿਹਾ ਹੈ, ਇਸ ਦੇ ਬਹੁਤ ਵੱਡੇ ਕਾਰਨ ਹਨ। ਕਿਉਂਕਿ 1947 ਵੇਲੇ ਅੱਜ ਤੁਹਾਨੂੰ ਸਾਰਿਆਂ ਨੂੰ ਇਤਿਹਾਸ ਵਿੱਚ ਚੈਨਲਾਂ ਦੇ ਵਿੱਚ ਇਹ ਦੱਸਿਆ ਜਾਂਦਾ ਕਿ 15 ਅਗਸਤ 1947 ਵੇਲੇ ਇਹ ਦੇਸ਼ ਆਜ਼ਾਦ ਹੋਇਆ ਸੀ, ਇੱਥੇ ਦੇ ਲੋਕਾਂ ਨੂੰ ਆਜ਼ਾਦੀ ਮਿਲੀ ਸੀ। ਪਰ ਇੱਕ ਪੱਖ ਤੁਹਾਨੂੰ ਕਦੀ ਨਹੀਂ ਦਿਖਾਇਆ ਜਾਂਦਾ। ਜੇ ਉਹ ਸਰਕਾਰਾਂ ਦੱਸਣ ਲੱਪਣ ਤੁਹਾਨੂੰ, ਜੇ ਚੈਨਲ ਉਹ ਤੁਹਾਨੂੰ, ਅਖਬਾਰਾਂ ਤੁਹਾਨੂੰ ਉਹ ਦੱਸਣ ਲੱਪਣ ਕਿ 1947 ਵੇਲੇ ਇੱਕ ਦੇਸ਼ ਸੀ ਪੰਜਾਬ, ਜਿਹਦੇ 2 ਟੁਕੜੇ ਕੀਤੇ ਗਏ, ਜਿਹਦੇ ਚੋਂ ਪਾਕਿਸਤਾਨ ਨਿਕਲਿਆ ਤੇ ਜਿਹੜਾ ਇਧਰਲਾ ਪੰਜਾਬ ਆ 1966 ਵਿੱਚ ਉਹਨੂੰ ਤੋੜ ਕੇ ਚੰਡੀਗੜ੍ਹ, ਹਰਿਆਣਾ, ਪੰਜਾਬੀ ਬੋਲਤੇ ਇਲਾਕੇ ਜਿਹੜੇ ਆ ਇਸ ਪੰਜਾਬ ਦੇਸ਼ ਦੇ ਟੁਕੜੇ ਕਰ ਦਿੱਤੇ ਗਏ। ਔਰ 10 ਲੱਖ ਦੇ ਕਰੀਬ ਜਿਹੜੇ ਲੋਕ ਵਾ ਪੰਜਾਬ ਦੇ ਵਿੱਚ, ਸਿੱਖ, ਮੁਸਲਮਾਨ, ਮੂਲ ਨਿਵਾਸੀ, ਦਲਿਤ, ਈਸਾਈ, 10 ਲੱਖ ਦੇ ਕਰੀਬ ਜਿਹੜੇ ਲੋਕ ਆ 1947 ਵਿੱਚ ਮਾਰੇ ਗਏ ਤੇ ਲੱਖਾਂ ਔਰਤਾਂ ਦੇ ਨਾਲ ਰੇਪ ਹੋਏ। ਹੁਣ ਮੈਂ ਉਹਨਾਂ ਨੂੰ ਇਹ ਸਵਾਲ ਪੁੱਛਣਾ ਚਾਹੁੰਦਾ ਜਿਹੜੇ ਕਹਿੰਦੇ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ, ਤੁਸੀਂ ਲੋਕਾਂ ਨੂੰ ਇਹ ਵੀ ਦੱਸੋ ਕਿ 15 ਅਗਸਤ 1947 ਵੇਲੇ ਅਸੀਂ ਪੰਜਾਬ ਨਾਲ ਧੋਖਾ ਕੀਤਾ, ਅਸੀਂ ਪੰਜਾਬ ਦੇਸ਼ ਦੇ ਟੁਕੜੇ ਕੀਤੇ, ਅਸੀਂ 10 ਲੱਖ ਲੋਕ ਮਰਵਾ ਲਏ, ਅਸੀਂ ਧੀਆਂ ਭੈਣਾਂ ਦੇ ਉੱਥੇ ਰੇਪ ਹੋਏ। ਤੁਸੀਂ 15 ਅਗਸਤ 1947 ਵਾਲੇ ਦਿਨ ਇਹ ਵੀ ਦੱਸੋ ਅਸੀਂ ਪੰਜਾਬ ਨੂੰ ਕਿੱਦਾਂ ਲੁੱਟਿਆ, ਅਸੀਂ ਪੰਜਾਬ ਦੇ ਪਾਣੀਆਂ ਤੇ ਡਾਕਾ ਕਿੱਦਾਂ ਮਾਰਿਆ, ਅਸੀਂ ਪੰਜਾਬ ਦੀ ਬੋਲੀ ਨੂੰ ਖਤਮ ਕਰਨ ਲਈ ਪੰਜਾਬ ਦੇ ਟੁਕੜੇ ਕਿੱਦਾਂ ਕੀਤੇ, ਅਸੀਂ 1984 ਵਿੱਚ ਦਰਬਾਰ ਸਾਹਿਬ ਤੇ ਹਮਲਾ ਕਿੱਦਾਂ ਕਰਾਇਆ, ਅਸੀਂ 1992 ਦੇ ਵਿੱਚ ਬਾਬਰੀ ਮਸਜਿਦ ਕਿੱਦਾਂ ਸ਼ਹੀਦ ਕੀਤੀ, ਅਸੀਂ ਉੜੀਸਾ ਦੇ ਵਿੱਚ ਚਰਚ ਕਿੱਦਾਂ ਸਾੜੇ। ਤੁਸੀਂ ਇਹ ਵੀ ਲੋਕਾਂ ਨੂੰ ਦੱਸੋ, ਫਿਰ ਆਪੇ ਹੀ ਤੁਹਾਨੂੰ ਪਤਾ ਲੱਗ ਜਾਵੇਗਾ ਕਿ 15 ਅਗਸਤ 1947 ਇਹ ਆਜ਼ਾਦੀ ਵਾਲਾ ਦਿਨ ਸੀ ਕਿ ਲੋਕਾਂ ਦੀ ਬਰਬਾਦੀ ਵਾਲਾ ਦਿਨ ਸੀ। ਸੋ ਅਸੀਂ ਉਦੋਂ ਆਜ਼ਾਦੀ ਮਨਾਵਾਂਗੇ ਜਦੋਂ ਇਸ ਦੇਸ਼ ਦੇ ਵਿੱਚ ਸਾਰਿਆਂ ਦੇ ਧਾਰਮਿਕ ਹੱਕ ਹਕੂਕ ਆਜ਼ਾਦ ਹੋਊਗੇ, ਜਦੋਂ ਇੱਥੇ ਦਾ ਦਲਿਤ ਭਾਈਚਾਰਾ ਆਜ਼ਾਦੀ ਮਹਿਸੂਸ ਕਰੂਗਾ, ਜਦੋਂ ਇੱਥੇ ਦਾ ਮੁਸਲਮਾਨ ਭਾਈਚਾਰਾ ਆਜ਼ਾਦੀ ਮਹਿਸੂਸ ਕਰੂਗਾ, ਜਦੋਂ ਇੱਥੇ ਦਾ ਈਸਾਈ ਭਾਈਚਾਰਾ ਆਜ਼ਾਦੀ ਮਹਿਸੂਸ ਕਰੂਗਾ, ਔਰ ਜਦੋਂ ਇੱਥੇ ਦਾ ਜਿਹੜਾ ਮੂਲ ਨਿਵਾਸੀ ਭਾਈਚਾਰਾ ਆਜ਼ਾਦੀ ਮਹਿਸੂਸ ਕਰੂਗਾ, ਉਸ ਦਿਨ ਅਸੀਂ ਇਹ ਆਜ਼ਾਦੀ ਦਿਵਸ ਮਨਾਵਾਂਗੇ। ਉਦੋਂ ਤੱਕ ਅਸੀਂ 15 ਅਗਸਤ 1947 ਵਾਲਾ ਜਿਹੜਾ ਇਹ ਬਰਬਾਦੀ ਦਾ, ਪੰਜਾਬ ਦੀ ਬਰਬਾਦੀ ਦਾ ਦਿਨ ਸੀ, ਉਦੋਂ ਤੱਕ ਇਹਨੂੰ ਅਸੀਂ ਬਰਬਾਦੀ ਦਿਵਸ ਵਜੋਂ ਹੀ ਮਨਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਾਥੀਓ, ਮੈਂ ਫਿਰ ਉੱਥੋਂ ਗੱਲ ਸ਼ੁਰੂ ਕਰਾਂ ਕਿ ਇਸ ਦੇਸ਼ ਦੇ ਵਿੱਚ ਜਿਹੜੇ ਘੱਟ ਗਿਣਤੀ ਲੋਕ ਆ ਉਸ ਦੇ ਨਾਲ ਕਿਸ ਤਰ੍ਹਾਂ ਧੱਕਾ ਹੁੰਦਾ ਹੈ। ਮੈਂ ਗੱਲ ਕਰਦਾ ਸੀ ਇੱਥੇ ਜਾਨਵਰਾਂ ਦੀ ਕੀਮਤ ਵਾ, ਇਨਸਾਨਾਂ ਦੀ ਕੋਈ ਕੀਮਤ ਨਹੀਂ। ਆ ਮੇਰੇ ਪੁਲਿਸ ਵਾਲੇ ਵੀਰ ਖੜੇ ਆ ਕਿ ਆ ਪਿਛਲੇ 2-3 ਦਿਨ ਤੋਂ ਅਖਬਾਰਾਂ ਦੇ ਵਿੱਚ ਆ ਰਿਹਾ ਤੇ ਅੱਜ ਕਿਸੇ ਦੀ ਗੱਡੀ ਦੇ ਵਿੱਚ ਵੱਜਾ ਤੇ ਅੱਜ ਕੋਈ ਨੌਜਵਾਨ ਮਰ ਗਿਆ, ਪਸ਼ੂਆਂ ਦੇ ਵਿੱਚ ਵੱਜ ਗਿਆ। ਸੋਨਾਲੀਕਾ ਫੈਕਟਰੀ ਦੇ ਵਿੱਚ ਉਹ ਨੌਜਵਾਨ ਮਰਿਆ ਆਉਂਦਾ ਆਪਣੇ ਕੰਮ ਤੋਂ। ਸੋ ਅੱਜ ਜੇ ਸਾਡੇ ਕੋਲੋਂ ਗਊ ਟੈਕਸ ਜਿਹੜਾ ਲਿਆ ਜਾਂਦਾ, ਕਿਉਂ ਨਹੀਂ ਇਹਨਾਂ ਦਾ ਸੁਧਾਰ ਕੀਤਾ ਜਾਂਦਾ? ਇਹ ਆਜ਼ਾਦੀ ਕਾਂਡਾ ਕਾਹਦੀ ਆਜ਼ਾਦੀ ਆ? ਉਹੀ ਹਾਲ ਆ ਦੇਸ਼ ਦਾ। ਅੱਜ ਜੇ ਕਿਸੇ ਬਹੁ ਗਿਣਤੀ ਲੜਕੀ ਦੇ ਨਾਲ ਮੈਂ ਗੱਲ ਕਰਦਾ ਸੀ ਕਿ 1984 ਦੇ ਵਿੱਚ ਇਸ ਦੇਸ਼ ਦੇ ਵਿੱਚ ਘੱਟ ਗਿਣਤੀ ਲੋਕਾਂ ਦਾ ਕਤਲੇਆਮ ਹੋਇਆ, ਪੂਰੇ ਦੇਸ਼ ਦੇ ਵਿੱਚ ਲੜਕੀਆਂ ਦੇ ਰੇਪ ਹੋਏ, ਪਰ ਉੜੀਸਾ ਦੇ ਵਿੱਚ ਨੰਨਾਂ ਦੇ ਰੇਪ ਹੋਏ। ਅੱਜ ਉਹਨਾਂ ਲੋਕਾਂ ਨੂੰ ਕਿਸੇ ਨੂੰ ਕੋਈ ਇਨਸਾਫ ਨਹੀਂ। ਪਰ ਅੱਜ ਅਸੀਂ ਉਹਨਾਂ ਸਾਰੀਆਂ ਭੈਣਾਂ ਦਾ ਸਤਿਕਾਰ ਕਰਦੇ, ਉਹ ਵੀ ਸਾਡੀਆਂ ਭੈਣਾਂ। ਪਰ ਅੱਜ ਜੇ ਬਹੁ ਗਿਣਤੀ ਕਿਸੇ ਲੜਕੀ ਦਾ ਰੇਪ ਹੁੰਦਾ ਤੇ ਉਹਦਾ ਉਸ ਵੇਲੇ ਰੇਪ ਕਰਨ ਵਾਲੇ ਦਾ ਐਨਕਾਊਂਟਰ ਕਰ ਦਿੱਤਾ ਜਾਂਦਾ। ਪਰ ਬੜੇ ਅਫਸੋਸ ਦੀ ਗੱਲ ਵਾ ਕਿ ਅੱਜ ਦੇਸ਼ ਦੇ ਵਿੱਚ 35 ਸਾਲ ਬੀਤ ਜਾਣ ਦੇ ਬਾਵਜੂਦ ਵੀ ਜਿਨ੍ਹਾਂ ਲੋਕਾਂ ਨੇ 90% ਇਸ ਦੇਸ਼ ਨੂੰ ਯਾਦ ਕਰਾਉਣ ਵਾਸਤੇ ਕੁਰਬਾਨੀਆਂ ਕੀਤੀਆਂ, ਉਹਨਾਂ ਦੀਆਂ ਲੜਕੀਆਂ ਦੇ ਇਸ ਦੇਸ਼ ਦੇ ਵਿੱਚ ਰੇਪ ਹੋਏ, ਉਹਨਾਂ ਲੋਕਾਂ ਦਾ ਕਤਲੇਆਮ ਹੋਇਆ।
ਉਹਨਾਂ ਲੋਕਾਂ ਦੀਆਂ ਪ੍ਰਾਪਰਟੀਆਂ ਦੇ ਨੁਕਸਾਨ ਕੀਤੇ। ਸੋ ਜੋ ਕੁਝ ਘੱਟ ਗਿਣਤੀਆਂ ਦੇ ਵਿੱਚ ਆ ਪਿਛਲੇ ਦਿਨਾਂ ਦੇ ਵਿੱਚ ਅੱਜ ਜੇ ਅਸੀਂ ਮੰਦਿਰ ਦੇ ਗੁਣ ਗਾਨ ਗਾਉਂਦੇ ਆ ਤੇ ਉੱਥੇ ਸਾਨੂੰ ਗੁਰੂ ਘਰਾਂ ਦਾ ਵੀ ਸਤਿਕਾਰ ਕਰਨਾ ਪਊਗਾ। ਰਵਿਦਾਸ ਮੰਦਿਰ ਜਿਹੜਾ ਗੁਰਦੁਆਰਾ ਸਾਹਿਬ ਆ ਉਹ ਦਿੱਲੀ ਦੇ ਵਿੱਚ ਢਾਇਆ ਗਿਆ। ਘੱਟ ਗਿਣਤੀਆਂ ਦੇ ਜਿਹੜੇ ਧਾਰਮਿਕ ਸਥਾਨ ਉਹ ਢਾਏ ਜਾਂਦੇ, ਉਹਨਾਂ ਤੇ ਤਸ਼ੱਦਦ ਹੁੰਦਾ। ਸੋ ਮੈਂ ਇਹ ਬੇਨਤੀ ਕਰਾਂਗਾ ਕਿ ਇਹ ਜਿਹੜਾ ਅੱਜ ਆਜ਼ਾਦੀ ਦਿਵਸ ਜਿਹਨੂੰ ਕਹਿ ਰਹੇ ਆ ਇਹ ਘੱਟ ਗਿਣਤੀਆਂ ਵਾਸਤੇ ਇਹ ਕਾਲਾ ਦਿਵਸ ਵਾ। ਸੋ ਆਜ਼ਾਦੀ ਉਸ ਦਿਨ ਹੋਊਗੀ ਜਿਸ ਦਿਨ ਅਸੀਂ ਸਾਰੇ ਆਪਣੇ ਹੱਕ ਹਕੂਕ ਜਿਹੜੇ ਆ ਸਾਨੂੰ ਉਹ ਮਿਲਣਗੇ, ਸਾਨੂੰ ਇਨਸਾਫ ਮਿਲੂਗਾ। ਅੱਜ ਉਹਨਾਂ ਲੋਕਾਂ ਵਾਸਤੇ ਕਾਨੂੰਨ ਵੱਖਰਾ ਜਿਹੜੇ ਤਕੜੇ ਲੋਕ ਸਰਮਾਏਦਾਰ ਆ, ਗਰੀਬ ਵਾਸਤੇ ਕੋਈ ਕਾਨੂੰਨ ਨਹੀਂ। ਗਰੀਬ ਰੁਲਦਾ ਫਿਰਦਾ 30 ਸਾਲ 35 ਸਾਲ ਰੁਲਦੇ ਫਿਰਦੇ ਨੇ, ਕੋਈ ਇੱਥੇ ਜਸਟਿਸ ਨਹੀਂ। ਉਹਨਾਂ ਲੋਕਾਂ ਵਾਸਤੇ ਕਾਨੂੰਨ ਆ ਜਿਹੜੇ ਬਹੁਤ ਗਿਣਤੀ ਆ। ਸੋ ਮੈਂ ਇੱਥੇ ਵਿਰਾਮ ਦਿੰਦਾ ਹਾਂ ਔਰ ਉਹਨਾਂ ਸਾਰੇ ਆਏ ਜਿਹੜੇ ਮੇਰੇ ਵੀਰ ਇਸ ਅੱਜ ਕਾਲੇ ਦਿਵਸ ਨੂੰ ਮਨਾਉਣ ਆਏ, ਉਹਨਾਂ ਸਾਰਿਆਂ ਦੇ ਇੱਥੇ ਪਹੁੰਚਣ ਦੇ ਧੰਨਵਾਦ ਹਾਂ ਜੀ। ਅਗਲਾ ਪ੍ਰੋਗਰਾਮ ਜਿਹੜਾ ਲਵਲੀ ਜੀ ਦੱਸਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਬਕਾ ਸਰਪੰਚ ਲਖਵੀਰ ਸਿੰਘ ਜੀ ਪੱਟੀ, ਜਿਨ੍ਹਾਂ ਨੇ ਇੱਥੇ ਦੀ ਹਕੂਮਤ ਦਾ ਜੁਰਮ ਆਪਣੇ ਪਿੰਡੇ ਤੇ ਹੰਡਾਇਆ ਹੈ ਤੇ ਇਹਨਾਂ ਨੂੰ ਪੰਥ ਨਾਲ, ਪੰਜਾਬ ਨਾਲ ਪਿਆਰ ਹੈ। ਹਰ ਪ੍ਰੋਗਰਾਮ ਵਿੱਚ ਇਹ ਉਤਸ਼ਾਹ ਨਾਲ ਪਹੁੰਚਦੇ ਨੇ, ਇਹਨਾਂ ਦਾ ਤਹਿ ਦਿਲੋਂ ਧੰਨਵਾਦ। ਸੋ ਅੱਜ ਦਾ ਜਿਹੜਾ 15 ਅਗਸਤ ਕਾਲੇ ਦਿਨ ਵਜੋਂ ਮਨਾਉਣ ਦੇ ਅਲੱਗ-ਅਲੱਗ ਪਹਿਲੂਆਂ ਤੋਂ ਸਾਰੇ ਸਾਡੇ ਬੁਲਾਰਿਆਂ ਨੇ ਆਪਣੀ ਆਪਣੀ ਗੱਲ ਜਿਹੜੀ ਸਾਰਿਆਂ ਨਾਲ ਸਾਂਝੀ ਕੀਤੀ ਹੈ। ਸੋ ਇੱਕ ਆਗੂ ਭਾਈ ਗਜਿੰਦਰ ਸਿੰਘ, ਜਿਨ੍ਹਾਂ ਨੇ ਉਸ ਸਮੇਂ ਇਸ ਹਕੂਮਤ ਦੀਆਂ ਨੀਤੀਆਂ ਨੂੰ ਸਮਝ ਲਿਆ ਸੀ ਕਿ ਇਹਨਾਂ ਨੇ ਆਉਣ ਵਾਲੇ ਸਮੇਂ ਵਿੱਚ ਸਾਡੇ ਨਾਲ ਕਿਹੜੇ ਕਾਰੇ ਕਰਨੇ ਨੇ। 1973 ਦੇ ਵਿੱਚ ਜਦੋਂ ਇੰਦਰਾ ਗਾਂਧੀ ਪੰਜਾਬ ਬਸੀ ਆਂਦੀ ਹੈ, ਉਸ ਸਮੇਂ ਭਾਈ ਗਜਿੰਦਰ ਸਿੰਘ ਹੁਣਾਂ ਨੇ ਇੰਦਰਾ ਗਾਂਧੀ ਦੇ ਉੱਪਰ ਸਿੱਖ ਹੋਮਲੈਂਡ ਦੇ ਪਰਚੇ ਸੁੱਟੇ ਸਨ ਤੇ ਉਹਨਾਂ ਨੂੰ ਉਹਦਾ ਨਤੀਜਾ ਵੀ ਭੁਗਤਣਾ ਪਿਆ। ਸੋ ਅੱਜ 15 ਅਗਸਤ ਦੇ ਉੱਪਰ ਇੱਕ ਮਾਈਕ ਫੜਿਓ ਭਾਜੀ ਨਾਲ, ਦੋ ਫੜ। 15 ਅਗਸਤ ਦੇ ਉੱਪਰ ਉਹਨਾਂ ਦੀ ਇੱਕ ਲਿਖੀ ਹੋਈ ਕਵਿਤਾ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ। ਉਹਨਾਂ ਦੀ ਕਵਿਤਾ ਰਾਹੀਂ ਉਹਨਾਂ ਦੀ ਹਾਜ਼ਰੀ ਅਸੀਂ ਲਵਾਉਣੀ ਹੈ, ਕਿਉਂਕਿ ਭਾਈ ਗਜਿੰਦਰ ਸਿੰਘ ਹੁਣਾਂ ਨੇ ਅੱਜ ਤੱਕ ਕਿਸੇ ਇਸ ਹਕੂਮਤ ਦੇ ਬੰਦੇ ਦੇ ਚਪੇੜ ਤੱਕ ਨਹੀਂ ਮਾਰੀ। ਕਤਲ ਮਾਰਨਾ ਤੇ ਬਹੁਤ ਦੂਰ ਦੀ ਗੱਲ ਹੈ, ਪਰ ਇੱਥੇ ਦੀ ਹਕੂਮਤ ਨੂੰ ਉਹਨਾਂ ਦੇ ਪੈਨ ਦੀ ਨੋਕ ਦੇ ਨਾਲ ਲਿਖੇ ਹੋਏ ਲਫ਼ਜ਼ ਬਹੁਤ ਚੁੱਭਦੇ ਨੇ। ਉਸ ਸਮੇਂ ਵੀ ਉਹਨਾਂ ਨੇ ਲਿਖੀ ਸੀ ਗੰਗੂ ਦੀ ਰੂਹ ਕਵਿਤਾ, ਤੇ ਉਹਦੇ ਨਾਲ ਵੀ ਉਹਨਾਂ ਨੂੰ ਬੜਾ ਜ਼ੁਲਮ ਸਹਿਣਾ ਪਿਆ। ਤੇ ਉਹਨਾਂ ਦੀਆਂ ਸਾਥੀਆਂ ਕੋਲੋਂ ਅਕਸਰ ਸੁਣਨ ਨੂੰ ਮਿਲਦਾ ਹੈ ਕਿ ਜਦੋਂ ਪਹਿਲੀ ਕਿਤਾਬ ਉਹਨਾਂ ਨੇ ਲਿਖੀ ਤੇ ਉਹ ਆਪਣੇ ਘਰ ਵਿੱਚ ਜਦੋਂ ਉਸ ਕਿਤਾਬ ਦੇ ਚਰਚੇ ਹੋਏ, ਗੱਲ ਛਿੜੀ ਤੇ ਭਾਈ ਗਜਿੰਦਰ ਸਿੰਘ ਹੁਣੀ ਰਸਤੇ ਦੇ ਵਿੱਚ ਘਰ ਵਿੱਚ ਟਹਿਲ ਰਹੇ ਸੀ ਤੇ ਉਹਨਾਂ ਦੇ ਮਾਤਾ ਪੁੱਛਦੇ ਨੇ ਕੀ ਗੱਲ ਗਜਿੰਦਰ ਸਿੰਘ ਬੜੀ ਟੈਨਸ਼ਨ ਵਿੱਚ ਲੱਗਦਾ ਹੈ। ਤੇ ਭਾਈ ਗਜਿੰਦਰ ਸਿੰਘ ਹੁਣਾਂ ਨੇ ਜਦੋਂ ਗੱਲ ਦੱਸੀ ਤੇ ਉਹਨਾਂ ਦੀ ਮਾਂ ਨੇ ਕਿਹਾ ਕੋਈ ਨਹੀਂ, ਇਹ ਤੇ ਪਹਿਲਾ ਦਿਨ ਹੈ। ਤੇ ਉਸ ਦਿਨ ਤੋਂ ਭਾਈ ਗਜਿੰਦਰ ਸਿੰਘ ਹੁਣੀ ਜੋ ਅੱਜ ਜਲਾਵਤਨੀ ਹਟਾ ਰਹੇ ਨੇ, ਉਹਨਾਂ ਦੀਆਂ ਕਲਮ ਤੋਂ ਇੰਨੀ ਤਕਲੀਫ ਹੈ ਕਿ ਉਹਨਾਂ ਦੀ ਫੇਸਬੁੱਕ ਉੱਪਰ ਆਈਡੀ ਹਿੰਦ ਹਕੂਮਤ ਨੇ 2 ਵਾਰ ਬੈਨ ਕਰ ਦਿੱਤੀ ਹੈ। ਬਾਹਰ ਚੱਲਦੀਆਂ ਨੇ ਲੇਕਿਨ ਇਸ ਇੰਡੀਆ ਦੇ ਵਿੱਚ ਉਹਨਾਂ ਦੀ ਆਈਡੀਆਂ ਵੀ ਬੈਨ ਕੀਤੀਆਂ ਜਾਂਦੀਆਂ ਨੇ। ਉਹਨਾਂ ਵੱਲੋਂ ਲਿਖੀ ਹੋਈ ਇੱਕ ਕਵਿਤਾ 15 ਅਗਸਤ, ਇਹ 15 ਅਗਸਤ ਦਾ ਦਿਨ ਸਾਡੀ ਬਦਨਸੀਬੀ ਦਾ ਦਿਨ, ਇਹ 15 ਅਗਸਤ ਦਾ ਦਿਨ ਸਾਡੀ ਬਦਨਸੀਬੀ ਦਾ ਦਿਨ, ਸਾਡੇ ਵਿਸ਼ਵਾਸਾਂ ਦੇ ਕਤਲ ਤੇ ਕਤਲੇ ਖੁਸ਼ਨਸੀਬੀ ਦਾ ਦਿਨ। ਇੱਕ ਗੁਲਾਮੀ ਤੋਂ ਬਾਅਦ ਦੂਜੀ ਗੁਲਾਮੀ ਦੀ ਸ਼ੁਰੂਆਤ, ਸਾਡੀ ਕੁਰਬਾਨੀ ਦੀ ਬੇਕਦਰੀ ਤੇ ਸਾਡੇ ਇਤਬਾਰਾਂ ਦਾ ਘਾਤ। ਮੁੜ ਉਹੀ ਜੇਲਾਂ ਉਹੀ ਡਾਂਗਾ ਜੋ 47 ਤੋਂ ਪਹਿਲਾਂ ਸਿੱਖਾਂ ਨੇ ਪਿੰਡਾਂ ਤੇ ਹਟਾਈਆਂ। ਮੁੜ ਉਹੀ ਜੇਲਾਂ ਉਹੀ ਡਾਂਗਾ ਉਹੀ ਪੁਲਿਸ ਉਹੀ ਗੋਲੀਆਂ। ਇੱਕ ਵਾਅਦਾ ਲੀਡਰ ਵਿਕ ਗਏ, ਸਾਡੇ ਕੁਰਬਾਨੀਆਂ ਮਿੱਟੀਆਂ ਵਿੱਚ ਰੋਲੀਆਂ। ਆਪਣੇ ਰਾਜ ਦੇ ਸੁਪਨੇ ਸਭ ਖੇਰੂ ਖੇਰੂ ਹੋਏ, ਗਏ ਸਭ ਚਾਹ ਲਿਤਾੜੇ, ਅਸੀਂ ਤੁਰਦੇ ਫਿਰਦੇ ਮੋਏ। ਕਦੇ ਪੈਰਾਂ ਦੇ ਸਾਵੇਂ ਅਸੀਂ ਸੀਸ ਝੁਕਾਣਾ ਨਹੀਂ, ਕਦੇ ਗੈਰਾਂ ਦੇ ਸਾਵੇਂ ਅਸੀਂ ਸੀਸ ਝੁਕਾਣਾ ਨਹੀਂ। ਭਾਵੇਂ ਸੀਸ ਕਟਾ ਲਈਏ ਅਸਮਤ ਨੂੰ ਲੁਟਾਣਾ ਨਹੀਂ। ਹੱਕ ਸਾਡਾ
ਜੋ ਬਣਦੀ, ਹੱਕ ਸਾਡਾ ਜੋ ਬਣਦਾ ਅਸਾਂ ਲੈ ਕੇ ਰਹਿਣਾ ਹੈ। ਹੱਕ ਸਾਡਾ ਜੋ ਬਣਦਾ ਅਸਾਂ ਲੈ ਕੇ ਰਹਿਣਾ ਹੈ। ਅਸੀਂ ਭਾਵੇਂ ਰਹੀਏ ਨਾ ਰਹੀਏ, ਜਿੰਦਾ ਕੌਮ ਨੇ ਰਹਿਣਾ ਹੈ। ਇਹ ਸੁਨੇਹਾ ਭਾਈ ਗਜਿੰਦਰ ਸਿੰਘ ਹੋਣਾ ਦਾ। ਸੋ ਇਸ ਦੇ ਨਾਲ ਹੀ ਸਾਡੇ ਪ੍ਰੋਗਰਾਮ ਦੀ ਸਮਾਪਤੀ ਵੱਲ ਵੱਧ ਰਹੇ ਹਾਂ ਅਸੀਂ। ਤੇ ਮੈਂ ਲਾਸਟ ਵਿੱਚ ਬੇਨਤੀ ਕਰਾਂਗਾ, ਸਾਡੇ ਸੀਨੀਅਰ ਆਗੂ ਦਲ ਖਾਲਸਾ ਦੇ ਭਾਈ ਗੁਰਦੀਪ ਸਿੰਘ ਜੀ ਉਹ ਸੰਗਤਾਂ ਦਾ ਧੰਨਵਾਦ ਕਰਨਗੇ। ਉਸ ਤੋਂ ਬਾਅਦ ਸਾਰਿਆਂ ਨੇ ਗੁਰੂ ਘਰ ਵਾਪਸ ਜਾਣਾ ਹੈ, ਉੱਥੇ ਚਾਹ ਲੰਗਰ ਤਿਆਰ ਨੇ, ਸਾਰਿਆਂ ਨੇ ਛਕ ਕੇ ਜਾਣਾ ਹੈ। ਸੋ ਬੇਨਤੀ ਕਰਦਾ ਭਾਈ ਗੁਰਦੀਪ ਸਿੰਘ ਜੀ ਉਹਨਾਂ ਨੂੰ। ਅੱਜ ਦੇ ਇਕੱਤਰਤਾ ਵਿੱਚ ਆਏ ਸਾਰੇ ਸਾਥੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਜੇ ਅਖੌਤੀ ਆਜ਼ਾਦੀ ਲਈ ਸਾਡੇ ਗਦਰੀ ਬਾਬਿਆਂ ਨੇ ਵਿਦੇਸ਼ 'ਚ ਸੈਟਲ ਹੋਇਆਂ ਨੇ ਆਪਣੀ ਬਰਬਾਦੀ ਸਹੇੜੀ। ਸਰਦਾਰ ਕਰਤਾਰ ਸਿੰਘ ਸਰਾਭਾ ਵਰਗਿਆਂ ਨੇ ਆਪਣੀ ਕੌਮ ਦੀ ਚੜ੍ਹਦੀ ਕਲਾ ਲਈ ਸ਼ਹੀਦੀਆਂ ਪਾਈਆਂ। ਸਰਦਾਰ ਭਗਤ ਸਿੰਘ ਨੇ ਜਿਹੜੀ ਆਜ਼ਾਦੀ ਲੋੜੀ ਸੀ, ਜੇ ਕਿਤੇ ਅੱਜ ਉਹ ਜੀਂਦੇ ਹੁੰਦੇ ਤੇ ਅੱਜ ਦੇ ਹਾਕਮਾਂ ਨੂੰ ਉਹ ਚੁਣ ਕੇ ਮਾਰਦੇ। ਸੋ ਵੀਰੋ, ਮੇਰੇ ਤੋਂ ਪਹਿਲਾਂ ਸਾਰੇ ਬੁਲਾਰਿਆਂ ਨੇ ਸਾਡੀ ਸਾਰੀ ਬਰਬਾਦੀ ਦੀ ਗੱਲ ਕੀਤੀ ਆ। ਮੈਂ ਤੁਹਾਡਾ ਬਹੁਤਾ ਟਾਈਮ ਨਾ ਲਵਾਂ। ਘੱਲੂਘਾਰਾ ਦਰਬਾਰ ਸਾਹਿਬ 1984 ਤੋਂ ਬਾਅਦ ਪੰਜਾਬ ਦੀ ਨੌਜਵਾਨੀ ਨੇ ਸਰਕਾਰ ਨੂੰ ਮੋੜਵਾਂ ਤੇ ਠੋਕਵਾਂ ਜਵਾਬ ਦਿੱਤਾ। ਜਿਹਨੂੰ ਇਹ ਕਾਲਾ ਦੌਰ ਕਹਿੰਦੇ, ਸਾਡੇ ਲਈ ਉਹ ਸੁਨਹਿਰੀ ਦੌਰ ਸੀਗਾ, ਕਿਉਂਕਿ ਉਸ ਵੇਲੇ ਨਾ ਤਾਂ ਕੋਈ ਨਸ਼ੇ ਦਾ ਸੁਦਾਗਰ ਨਸ਼ਾ ਵੇਚਦਾ ਸੀ, ਨਾ ਕਿਸੇ ਪੋਲੀਟੀਕਲ ਬੰਦੇ ਦਾ ਧੱਕੇਸ਼ਾਹੀ ਚੱਲਦੀ ਸੀ, ਨਾ ਕੋਈ ਧੀਆਂ ਦਾਜ ਦੀ ਬਲੀ ਚੜ੍ਹਦੀਆਂ ਸਨ, ਨਾ ਕਿਸੇ ਮੁੰਡੇ ਵਾਲੇ ਦੀ ਜ਼ਰੂਰਤ ਹੁੰਦੀ ਸੀ ਕਿ ਮੇਰੀ ਬਰਾਤ ਦੀ ਸੇਵਾ ਮੀਟ ਸ਼ਰਾਬ ਨਾਲ ਕਰ ਜਾਂ ਸਾਡੀ ਆਓ ਭਗਤ ਕਿਸੇ ਪੈਲਸ 'ਚ ਕਰ। ਸਭ ਡਰਦੇ ਉਹਨਾਂ ਦੇ ਕਾਨੂੰਨ ਦੇ ਮੁਤਾਬਕ ਚੱਲ ਰਹੇ ਸਨ। ਜਿਹੜੇ ਅੱਜ ਕਰੋਨਾ 'ਚ 5 7 11 ਬੰਦਿਆਂ ਦੇ ਨਾਲ ਵਿਆਹ ਹੋ ਰਹੇ, ਇਹ ਸਾਡੇ ਸੰਘਰਸ਼ ਦੇ ਸੁਨਹਿਰੀ ਦੌਰ ਦੀ ਦੇਣ ਹੈ। ਉਸ ਵੇਲੇ ਵੀ ਗਰੀਬ ਅਮੀਰ ਦੀ ਧੀ 11 ਬੰਦਿਆਂ ਦੇ ਬਰਾਤੀਆਂ ਨਾਲ ਹੀ ਵਿਆਹੀ ਜਾਂਦੀ ਸੀ। ਜਿੰਨਾ ਇਹਨੇ ਉਹਨੂੰ ਕਾਲਾ ਦੌਰ ਕਹਿ ਕੇ ਬਦਨਾਮ ਕੀਤਾ। ਜੇ ਉਸ ਵੇਲੇ ਦੀ ਮੌਤ ਦੀ ਦਰ ਦੇਖੀਏ ਤੇ ਨਸ਼ੇ ਨਾਲ ਉਹ ਤੋਂ ਕਿਤੇ ਵੱਧ ਲੱਖਾਂ ਨੌਜਵਾਨ ਬੱਚੇ, ਭੈਣਾਂ ਵਿਧਵਾ ਹੋ ਗਈਆਂ, ਬੱਚੇ ਮਰ ਗਏ ਉਹਨਾਂ ਦੇ ਸਿਰਾਂ ਦੇ ਸੁਹਾਗ ਨਹੀਂ ਰਹੇ, ਮਾਵਾਂ ਦੇ ਪੁੱਤ ਨਹੀਂ ਰਹੇ। ਜੇ ਤੁਸੀਂ ਕਦੀ ਬਾਦਲ ਆ ਗਿਆ, ਕਦੀ ਕੈਪਟਨ ਆ ਗਿਆ, ਇਹ ਸਭ ਕਾਸੇ ਤੋਂ ਛੁਟਕਾਰਾ ਚਾਹੁੰਦੇ ਹੋ ਤੇ ਤਨ ਮਨ ਧਨ ਤੋਂ ਪੰਜਾਬ ਦਾ ਹਰੇਕ ਵਾਸੀ ਭਾਈ ਸੰਤ ਬਾਬਾ ਜਰਨੈਲ ਸਿੰਘ ਹੋਣਾ ਦੀ ਸੋਚ, ਖਾਲਿਸਤਾਨ ਦੀ ਸੋਚ ਤੇ ਪਹਿਰਾ ਦੇਵੇ। ਜਿਸ ਦਿਨ ਖਾਲਿਸਤਾਨ ਦੀ ਕੈਮੀ ਹੋ ਗਈ, ਇੱਥੇ ਨਾ ਭ੍ਰਿਸ਼ਟਾਚਾਰ ਰਹੇਗਾ, ਨਾ ਇੱਥੇ ਨਸ਼ਿਆਂ ਦੇ ਵਪਾਰੀ ਲੱਭਣਗੇ, ਨਾ ਕਿਸੇ ਧੀ ਭੈਣ ਦਾ ਬਲਾਤਕਾਰ ਹੋਊਗਾ, ਨਾ ਕੋਈ ਤਕੜਾ ਮਾੜੇ ਨੂੰ ਰੋਹ ਪਾ ਕੇ ਘੜੀਸੇਗਾ। ਸੋ ਮੈਂ ਹੁਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ ਖਾਲਿਸਤਾਨ ਰਾਜ ਦੇ ਹਮੈਤੀ ਇਸ ਜਦੋਜਹਿਦ ਲਈ ਸਾਡੀ ਲੜਾਈ ਜਾਰੀ ਰਹੇਗੀ। 2 ਜਕਾਰੇ ਬੁਲਾਉਣਾ, ਆਪ ਜੀ ਜਵਾਬ ਦੇਣਾ। ਖਾਲਿਸਤਾਨ 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 ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਵੀ ਸਿੰਘ ਤੇ ਘੱਟ ਗਿਣਤੀ ਤੇ ਦੂਜੇ ਫਰੰਟਾਂ ਦੇ ਲੀਡਰ, ਸਾਡੇ ਦਲਿਤ ਭਾਈਚਾਰੇ ਦੇ ਵੀਰ, ਜਿਨ੍ਹਾਂ ਸਾਡੇ ਇਸ ਪ੍ਰੋਗਰਾਮ 'ਚ ਅਸੀਂ ਕਰੋਨਾ ਨੂੰ ਦੇਖਦਿਆਂ ਹੋਇਆਂ ਸੀਮਤ ਗਿਣਤੀ ਸੋਸ਼ਲ ਡਿਸਟੈਂਸ ਨੂੰ ਰੱਖਦਿਆਂ ਹੋਇਆਂ ਘੱਟ ਗਿਣਤੀ 'ਚ ਕੀਤਾ। ਸੋ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ। ਤੇ ਗੁਰਦੁਆਰਾ ਸਾਹਿਬ ਵਾਪਸ ਚਲੋ, ਉੱਥੇ ਚਾਹ ਦੇ ਲੰਗਰ ਤਿਆਰ ਹੈ, ਆਪ ਸਭ ਜੀ ਨੇ ਚਾਹ ਛਕ ਕੇ ਜਾਣਾ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਦੋ ਜਕਾਰੇ ਹੋਰ ਛੱਡ ਦਿਓ। ਖਾਲਿਸਤਾਨ ਖਾਲਿਸਤਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ 15 ਅਗਸਤ ਪ੍ਰੋਟੈਸਟ ਹੋ ਰਿਹਾ ਹੈਗਾ, ਕਾਲਾ ਦਿਨ। UAPA ਹੱਥਾਂ ਵਿੱਚ ਬੈਨਰ ਫੜੇ ਹੋਏ ਨੇ, ਸਾਰਿਆਂ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾ ਕੇ ਹਟੇ ਨੇ। ਵੱਖ-ਵੱਖ ਜਥੇਬੰਦੀਆਂ ਦੇ ਆਗੂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ, ਯੂਨਾਈਟਿਡ ਅਕਾਲੀ ਦਲ, ਤਿਰੰਗਾ ਝੰਡਾ ਲਹਿਰਾ ਗਿਆ ਇੱਥੇ ਪਹਿਲਾਂ। ਜਿਨ੍ਹਾਂ ਲੋਕਾਂ ਵੱਲੋਂ ਉਹਨਾਂ ਲੋਕਾਂ ਨੂੰ ਲੱਗਦਾ ਕਿ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ, ਪਰ ਦੂਜੇ ਪਾਸੇ ਉਹ ਲੋਕ ਹੈਗੇ ਨੇ ਜਿਹੜੇ ਦੁਬਾਰਾ ਆਜ਼ਾਦੀ ਮੰਗਦੇ ਆ ਕਿ ਅਸੀਂ ਆਜ਼ਾਦ ਹੋਣਾ ਚਾਹੁੰਦੇ ਆ। ਉਹਨਾਂ ਨੂੰ ਲੱਗਦਾ ਕਿ ਅਸੀਂ ਆਜ਼ਾਦ ਭਾਰਤ ਦੇ ਵਿੱਚ ਜਾਂ ਅਖੌਤੀ ਆਜ਼ਾਦ ਭਾਰਤ ਦੇ ਵਿੱਚ ਗੁਲਾਮਾਂ ਵਰਗਾ ਜੀਵਨ ਬਸਰ ਕਰ ਰਹੇ ਆ। ਭਾਈ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਹੋ? ਉਹ ਕਹਿੰਦੇ ਕਿ ਆਜ਼ਾਦੀ ਆ ਗਈ ਸੀਗੀ, ਅੱਜ 73-74 ਵਰ੍ਹੇ ਹੋ ਚੁੱਕੇ ਆ, ਪਰ ਤੁਹਾਨੂੰ ਕੀ ਲੱਗਦਾ ਹੈਗਾ ਭਈ? ਸਾਡੇ ਬਜ਼ੁਰਗਾਂ ਨੇ ਇਸ ਦੇਸ਼ ਦੀ ਖਾਤਰ ਕੁਰਬਾਨੀਆਂ ਕੀਤੀਆਂ ਸੀ, ਇਸ ਦੇਸ਼ ਦੇ ਵਿੱਚ ਵਿਸ਼ਵਾਸ ਪ੍ਰਗਟ ਕੀਤਾ ਸੀ, ਇਸ ਦੇਸ਼ ਦੇ ਰਹਿਣ ਦੇ ਨਾਲ ਤਹੀਆ ਕੀਤਾ ਸੀ। ਪਰ ਬੜੇ ਅਫਸੋਸ ਦੀ ਗੱਲ ਆ ਕਿ ਜਿਸ ਦੇਸ਼ ਨਾਲ ਅਸੀਂ ਰਹਿਣ ਦਾ ਤਹੀਆ ਕੀਤਾ ਸੀ, ਅੱਜ 72 ਸਾਲ ਬੀਤਣ ਦੇ ਬਾਵਜੂਦ ਵੀ ਹਜੇ ਤੱਕ ਸਿੱਖ ਕੌਮ ਨੂੰ, ਜਿਹੜੇ ਘੱਟ ਗਿਣਤੀ ਲੋਕ ਆ, ਸਾਨੂੰ ਸਿੱਖ ਆਨੰਦ ਮੈਰਿਜ ਐਕਟ ਜਿਹੜਾ ਹੈਗਾ ਉਹਦੇ ਤਹਿਤ ਸ਼ਾਦੀ ਨਹੀਂ, ਸਾਨੂੰ ਹਿੰਦੂ ਮੈਰਿਜ ਐਕਟ ਦੇ ਮੁਤਾਬਕ ਕੀਤਾ ਜਾਂਦਾ। ਸੋ ਉਸ ਤੋਂ ਬਾਅਦ ਜੋ ਕੁਛ 1984 ਦੇ ਵਿੱਚ ਹੋਇਆ, ਉਹਦੇ ਵਿੱਚ ਇਸ ਦੇਸ਼ ਦੇ ਵਿੱਚ ਘੱਟ ਗਿਣਤੀ ਕੌਮ ਦਾ ਕਤਲੇਆਮ ਹੋਇਆ ਔਰ ਸਾਡੀਆਂ ਲੜਕੀਆਂ ਦੇ ਰੇਪ ਹੋਏ, ਸਾਡੇ ਕਤਲੇਆਮ ਹੋਇਆ ਇੱਕ ਗਿਣੀ ਮਿੱਥੀ ਸਾਜ਼ਿਸ਼ ਦੇ ਅਧੀਨ। ਔਰ ਉਸ ਤੋਂ ਬਾਅਦ ਦੇ ਵਿੱਚ ਉੜੀਸਾ ਦੇ ਵਿੱਚ ਲਾ ਲਓ, ਉੱਥੇ ਜਿਹੜੇ ਚਰਚ ਸਾੜੇ ਗਏ, ਨੰਨਾਂ ਦੇ ਰੇਪ ਹੋਏ। ਦਿੱਲੀ ਲਾ ਲਓ, ਉੱਥੇ ਰਵਿਦਾਸ ਮੰਦਿਰ ਜਿਹੜਾ ਹੈਗਾ ਉਹਨੂੰ ਵੀ ਇਹਨਾਂ ਨੇ ਢਾਇਆ ਗਿਆ। ਇਸ ਕਰਕੇ ਆਪਣੇ ਆਪ ਨੂੰ ਸਾਫ਼ ਕਰਨ ਵਾਸਤੇ ਇਹ ਜਿਹੜੇ ਘੱਟ ਗਿਣਤੀ ਲੋਕ ਵਾ ਉਹਨਾਂ ਦਾ ਇਹ ਘਾਣ ਕਰ ਰਹੇ ਆ। ਔਰ ਇਸ ਦੇਸ਼ ਨੂੰ RSS ਔਰ ਜਿਹੜੇ ਲੋਕ ਕੁਰਸੀਆਂ ਦੇ ਭੁੱਖੇ ਨੇ, ਉਹਨਾਂ ਦੇ ਵਿੱਚ ਭਾਵੇਂ ਸਾਡੇ ਬਾਦਲ ਵੀ ਆ, ਉਹ ਵੀ ਇਹਨਾਂ ਦੇ ਨਾਲ ਨੇ। ਔਰ ਉਹ ਨਾਲ ਹੋ ਕੇ ਇਸ ਜਿਹੜੇ ਘੱਟ ਗਿਣਤੀ ਆ, ਸਾਡੇ ਜਿਹੜੇ ਆਪਣਾ ਹੀ ਸਾਡਾ ਦਸਤਾ ਪਿਆ ਖੁਆੜੇ ਨੂੰ, ਉਹੀ ਸਾਡਾ ਵਡਾਂਗਾ ਕਰ ਰਿਹਾ, ਉਹੀ ਸਾਡੇ ਵਾਸਤੇ ਜਿਹੜੀ ਹੈਗੀ ਆ ਇਹ ਘੱਟ ਗਿਣਤੀ ਕੌਮਾਂ ਵਾਸਤੇ ਖਤਰੇ ਦੀ ਘੰਟੀ ਆ। ਔਰ ਇੱਥੇ ਸਾਨੂੰ ਕੋਈ ਆਜ਼ਾਦੀ ਨਹੀਂ। ਅੱਜ ਦੇਖ ਲਓ ਤੁਸੀਂ ਕਿ ਸਾਨੂੰ 1984 ਤੋਂ 35 ਸਾਲ ਬੀਤ ਜਾਣ ਦੇ ਬਾਵਜੂਦ ਵੀ ਸਾਡੀਆਂ ਦੇਸ਼ ਦੇ ਵਿੱਚ ਜੇ ਕਿਤੇ ਕੋਈ ਬਹੁ ਗਿਣਤੀ ਲੜਕੀ ਦਾ ਰੇਪ ਹੋ ਜਾਂਦਾ ਤੇ ਉਹਨਾਂ ਨੂੰ ਉਸੇ ਵੇਲੇ ਐਨਕਾਊਂਟਰ ਕਰ ਦਿੱਤਾ ਜਾਂਦਾ। ਪਰ ਦੇਸ਼ ਦੇ ਅੰਦਰ 1984 ਵੇਲੇ ਘੱਟ ਗਿਣਤੀ ਕੌਮ ਦੀਆਂ ਲੜਕੀਆਂ ਦੇ ਰੇਪ ਹੋਏ, ਪਰ ਅੱਜ ਤਾਈਂ ਸਾਨੂੰ ਨਾ ਇਨਸਾਫ ਮਿਲਿਆ, ਸਾਡਾ ਕਤਲੇਆਮ ਹੋਇਆ, ਸਾਨੂੰ ਇਨਸਾਫ ਨਹੀਂ ਮਿਲਿਆ। ਇਸ ਤਰ੍ਹਾਂ ਕ੍ਰਿਸਚਨ ਆ, ਉਹਨਾਂ ਨੂੰ ਅੱਜ ਕੋਈ ਇਨਸਾਫ ਨਹੀਂ। ਉਹ ਦੇਸ਼ ਦੇ ਅੰਦਰ ਘੱਟ ਗਿਣਤੀ ਆ, ਉੜੀਸਾ ਦੇ ਵਿੱਚ ਚਰਚ ਸਾੜੇ ਗਏ, ਨੰਨਾਂ ਦੇ ਰੇਪ ਹੋਏ, ਅੱਜ ਤਾਈਂ ਕਿਸੇ ਨੂੰ ਕੋਈ ਦੂਸਰਾ ਨਹੀਂ। ਇਸ ਕਰਕੇ ਇਹਨਾਂ ਤੋਂ ਆਸ ਰੱਖਣੀ ਸਾਨੂੰ ਕੋਈ ਆਸ ਨਹੀਂ। ਇਹ ਸਾਡੇ ਘੱਟ ਗਿਣਤੀ ਲੋਕ ਜਿਹੜੇ ਹੈਗੇ, ਸਾਡੀ ਘੱਟ ਗਿਣਤੀਆਂ ਵਾਸਤੇ ਇਹ ਕਾਲਾ ਦਿਵਸ ਆ ਜੀ। ਇਹ ਕਾਲਾ ਦਿਵਸ ਇਹਨਾਂ ਦਾ ਕਹਿਣਾ ਹੈਗਾ ਕਿ ਘੱਟ ਗਿਣਤੀਆਂ ਵਾਸਤੇ 15 ਅਗਸਤ ਕਾਲਾ ਦਿਨ ਹੈ। ਲਵਲੀ ਜੀ ਕੀ ਕਹਿਣਾ ਚਾਹੁੰਦੇ ਹੋ? ਉਹ ਕੌਣ ਲੋਕ ਨੇ ਜਿਹੜੇ ਲੋਕ ਦਾਅਵਾ ਕਰਦੇ ਆ ਕਿ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ? ਫਿਰ ਉਹ ਕੌਣ ਲੋਕ ਨੇ ਜਿਹੜੇ ਤਿਰੰਗਾ ਝੰਡਾ ਵੀ ਲਹਿਰਾਉਂਦੇ ਆ, ਜਿਹੜੇ ਲਾਲ ਕਿਲ੍ਹੇ ਤੇ ਸਪੀਚ ਵੀ ਕਰਦੇ ਆ? ਦੇਖੋ, ਜਿਹੜੇ ਮੁਸਲਮਾਨ ਦੇਸ਼ ਹੁੰਦੇ ਆ, ਕਦੀ ਮੁਸਲਮਾਨਾਂ ਦੇ ਦੇਸ਼ ਵਿੱਚ ਮੁਸਲਮਾਨਾਂ ਦਾ ਕਤਲੇਆਮ ਨਹੀਂ ਹੋਇਆ। ਕਦੀ ਈਸਾਈਆਂ ਦੇ ਦੇਸ਼ ਵਿੱਚ, ਜਿੱਥੇ ਈਸਾਈਆਂ ਦਾ ਰਾਜ ਭਾਗ ਆ, ਉੱਥੇ ਈਸਾਈਆਂ ਦਾ ਕਤਲੇਆਮ ਨਹੀਂ ਹੋਇਆ। ਜਿੱਥੇ ਕਾਮਰੇਡ ਆ, ਜਿੱਥੇ ਕਾਮਰੇਡਾਂ ਦਾ ਰਾਜ ਆ, ਕਦੀ ਉਹਨਾਂ ਦੇ ਦੇਸ਼ ਵਿੱਚ ਕਾਮਰੇਡਾਂ ਦਾ ਕਤਲੇਆਮ ਨਹੀਂ ਹੋਇਆ। ਜਿਹੜੇ ਲੋਕ ਰਾਜ ਕਰਦੇ ਹੁੰਦੇ ਆ, ਜਿਹੜੀ ਕੌਮ, ਜਿਹੜੀ ਵਿਚਾਰਧਾਰਾ ਦੇ ਲੋਕ ਰਾਜ ਕਰਦੇ ਹੁੰਦੇ ਆ, ਉਹਨਾਂ ਨੂੰ ਆਜ਼ਾਦੀ ਤਾਂ ਲੱਗਦੀ ਹੁੰਦੀ ਆ ਕਿਉਂਕਿ ਉਹ ਸੱਤਾ ਤੇ ਕਾਬਜ ਹੁੰਦੇ ਆ। ਪਰ ਜਿਹੜੇ ਲੋਕਾਂ ਦੇ ਹੱਕ, ਹਕੂਕ, ਧਾਰਮਿਕ ਹੱਕ, ਸਮਾਜਿਕ ਹੱਕ, ਸੰਵਿਧਾਨਕ ਹੱਕ ਜਿਹੜੇ ਲੁੱਟੇ ਜਾਂਦੇ ਆ, ਜਿਹੜੇ ਲੋਕਾਂ ਦੇ ਧਾਰਮਿਕ ਸਥਾਨ ਤੋੜੇ ਜਾਂਦੇ ਆ, ਜਿਹੜੇ ਲੋਕਾਂ ਦੀਆਂ ਧੀਆਂ ਭੈਣਾਂ ਦੇ ਨਾਲ ਰੇਪ ਹੁੰਦੇ ਆ, ਜਿਹੜੇ ਲੋਕਾਂ ਦੀ ਕਿਸਾਨੀ ਖਤਮ ਕਰ ਦਿੱਤੀ ਜਾਂਦੀ ਆ, ਜਿਹੜੇ ਲੋਕਾਂ ਦੇ, ਜਿਹੜੀਆਂ ਕੌਮਾਂ ਦੇ ਨੌਜਵਾਨ ਜੇਲ੍ਹਾਂ 'ਚ 25-25 ਸਾਲ ਤੋਂ ਬੰਦ ਵਾ, ਉਹ ਜਿਹੜੇ ਲੋਕ ਆ ਕਦੀ ਵੀ ਆਜ਼ਾਦੀ ਨਹੀਂ ਮਾਣਦੇ ਹੁੰਦੇ, ਉਹ ਲੋਕ ਗੁਲਾਮ ਹੀ ਹੁੰਦੇ ਆ। ਇਸ ਕਰਕੇ ਇਹ ਜਿਹੜਾ 15 ਅਗਸਤ ਕਾਲਾ ਦਿਨ ਮਨਾਇਆ ਗਿਆ, ਇਹ ਇਸ ਕਰਕੇ ਆ ਕਿਉਂਕਿ ਅੱਜ ਤੱਕ 1947 ਤੋਂ ਲੈ ਕੇ ਹੁਣ ਤੱਕ ਹਕੂਮਤ ਇੱਕੋ ਗੱਲ ਚਾਹੁੰਦੀ ਆ, ਸਿਰਫ ਇੱਕ ਗੱਲ ਚਾਹੁੰਦੀ ਆ ਕਿ ਸਿੱਖ ਚਾਹੇ ਪਾਣੀਆਂ ਦੀ ਗੱਲ ਕਰ ਲਵੇ, ਸਿੱਖ ਚਾਹੇ ਬੰਦੀ ਸਿੰਘਾਂ ਦੀ ਗੱਲ ਕਰ ਲਵੇ, ਸਿੱਖ ਚਾਹੇ ਰਾਜ ਭਾਗ ਦੀ ਗੱਲ ਕਰ ਲਵੇ, ਪਰ ਸਿੱਖ ਆਪਣੇ ਮੁਲਕ ਦੀ, ਆਪਣੀ ਆਜ਼ਾਦੀ ਦੀ, ਜਿਹੜਾ ਮੁਲਕ ਸਿੱਖਾਂ ਦਾ
1849 ਵੇਲੇ ਸਿੱਖ ਰਾਜ ਚਲੇ ਗਿਆ, ਉਹਦੀ ਗੱਲ ਸਿੱਖ ਨਾ ਕਰੇ। ਤੁਸੀਂ ਕੀਰਤਨ ਕਰ ਲਓ, ਤੁਸੀਂ ਕੀਰਤਨ ਦਰਬਾਰ ਕਰਾ ਲਓ, ਤੁਸੀਂ ਮਾਰਚ ਕੱਢ ਲਓ, ਸਰਕਾਰਾਂ ਨੂੰ ਕੋਈ ਤਕਲੀਫ ਨਹੀਂ। ਪਰ ਜਦੋਂ ਸਿੱਖ ਜਮਹੂਰੀ ਤਰੀਕੇ ਦੇ ਨਾਲ, ਸੰਵਿਧਾਨਕ ਤਰੀਕੇ ਦੇ ਨਾਲ ਆਪਣੇ ਰਾਜ ਭਾਗ ਦੀ ਗੱਲ ਕਰਦਾ, ਉਹਨੂੰ ਸਿਰਫ ਇਸ ਗੱਲ ਤੋਂ ਹੀ ਉਹਦੇ ਉੱਤੇ UAPA ਲਗਾ ਦਿੱਤੀ ਜਾਂਦੀ ਕਿ ਉਹਦੀ ਵਿਚਾਰਧਾਰਾ ਵੱਖਰੀ ਆ। ਦੁਨੀਆ ਦਾ ਜਿਹੜਾ ਅੰਤਰਰਾਸ਼ਟਰੀ ਕਾਨੂੰਨ ਆ ਉਹ ਇਸ ਗੱਲ ਦੀ ਇਜਾਜ਼ਤ ਦਿੰਦਾ, ਚਾਹੇ ਕਿਸੇ ਵੀ ਮੁਲਕ ਵਿੱਚ ਕਿਸੇ ਕੌਮ ਦਾ ਵੀ ਕੋਈ ਆਗੂ ਆ ਜਾਂ ਕੌਮ ਦੇ ਲੋਕ ਵਾ, ਉਹ ਆਪਣੀ ਵੱਖਰੀ ਵਿਚਾਰਧਾਰਾ ਪ੍ਰਗਟ ਕਰ ਸਕਦੇ ਆ। ਪਰ ਉਹਦੇ ਵਿੱਚ ਸ਼ਰਤ ਇਹ ਹੁੰਦੀ ਆ ਉਹ ਜਮਹੂਰੀ ਤਰੀਕੇ ਨਾਲ ਹੋਵੇ, ਉਹ ਅਮਨਮਈ ਤਰੀਕੇ ਨਾਲ ਹੋਵੇ। ਪਰ ਇੱਥੇ ਉਲਟ ਵਾ, UAPA ਸਿਰਫ ਸਿੱਖਾਂ ਤੇ ਲੱਗੂਗੀ, UAPA ਸਿਰਫ ਮੁਸਲਮਾਨਾਂ ਤੇ ਲੱਗੂਗੀ, UAPA ਸਿਰਫ ਕ੍ਰਿਸਚਨਾਂ ਤੇ ਲੱਗੂਗੀ, UAPA ਸਿਰਫ ਦਲਿਤਾਂ ਤੇ ਲੱਗੂਗੀ। ਕਦੀ ਤੁਸੀਂ ਮੈਨੂੰ ਦੱਸੋ, ਮੇਰਾ ਸਵਾਲ ਆ, ਕਦੀ UAPA, ਅਸੀਂ ਨਹੀਂ ਕਹਿੰਦੇ ਲੱਗਣੀ ਚਾਹੀਦੀ, ਕਿਸੇ ਨਾਲ ਧੱਕਾ ਨਹੀਂ ਹੋਣਾ ਚਾਹੀਦਾ, ਕਦੀ UAPA ਕਿਸੇ ਹਿੰਦੂ ਤੇ ਲੱਗੀ? ਕਦੀ UAPA ਕਿਸੇ ਬ੍ਰਾਹਮਣ ਤੇ ਲੱਗੀ? ਕਦੀ ਹਿੰਦੂ ਜਿਹੜੇ ਲੋਕ ਵਾ, ਹਿੰਦੂ ਕੌਮ ਆ ਜਿਹੜੀ, ਹਿੰਦੂ ਆਪਣੇ ਆਪ ਨੂੰ ਕਹਿੰਦੇ ਇਸ ਦੇਸ਼ ਦੇ ਵਿੱਚ, ਅਸੀਂ ਕਿਸੇ ਨਾਲ ਨਹੀਂ ਚਾਹੁੰਦੇ ਇੱਥੇ ਸੰਵਿਧਾਨਕ ਤੌਰ ਤੇ ਵਿਤਕਰਾ ਹੋਵੇ। ਪਰ ਕਦੀ ਮੇਰਾ ਇੱਕ ਸਵਾਲ ਆ, ਕਦੀ ਕਿਸੇ ਹਿੰਦੂ ਵੀਰ ਨੇ ਆਪਣੇ ਹਿੰਦੂ ਨੌਜਵਾਨ ਨੂੰ ਜੇਲ੍ਹ 'ਚੋਂ ਆਜ਼ਾਦ ਕਰਾਉਣ ਲਈ ਇੱਦਾਂ ਪ੍ਰੋਟੈਸਟ ਕੀਤਾ? ਨਹੀਂ ਕੀਤਾ। ਇਹ ਹੁੰਦੀਆਂ ਗੁਲਾਮੀ ਦੀਆਂ ਨਿਸ਼ਾਨੀਆਂ। ਸਾਡੇ ਸਿੱਖਾਂ ਦੇ ਜਿਹੜੇ ਨੌਜਵਾਨ ਆ, ਜਿਹੜੇ 25-25 ਸਾਲਾਂ ਤੋਂ ਜੇਲ੍ਹਾਂ 'ਚ ਬੰਦ ਆ, ਉਹਨਾਂ ਨੇ ਸਾਰੀ ਜਵਾਨੀ ਆਪਣੀ ਰੋਲ ਦਿੱਤੀ, ਉਹਨਾਂ ਨੂੰ ਰਿਹਾ ਕਰਨ ਲਈ, ਜਦ ਕਿ ਕੋਰਟਾਂ ਦਾ ਸੰਵਿਧਾਨਕ ਤੌਰ ਤੇ ਰਾਈਟ ਵਾ, ਜਿਹੜਾ ਇਹ ਕੋਰਟਾਂ ਨੇ ਫੈਸਲੇ ਕਰਨੇ ਹੁੰਦੇ, ਇਹ ਜੱਜਾਂ ਨੇ ਫੈਸਲੇ ਕਰਨੇ ਹੁੰਦੇ ਆ, ਜਿਹੜੇ ਰਾਜ ਕਰਦੇ ਉਹਨਾਂ ਨੇ ਫੈਸਲੇ ਕਰਨੇ ਹੁੰਦੇ ਕਿ ਇਹਦੀ ਸਜ਼ਾ ਪੂਰੀ ਹੋ ਚੁੱਕੀ ਆ, ਇਹਨੂੰ ਰਿਹਾ ਕਰ ਦਿੱਤਾ ਜਾਵੇ। ਤੇ ਹੁਣ ਮੇਰਾ ਸਵਾਲ ਆ, ਗੈਰ ਕਾਨੂੰਨੀ ਉਹ ਜੱਜ ਵਾ, ਗੈਰ ਕਾਨੂੰਨੀ ਉਹ ਲੋਕ ਆ ਜਿਹੜੇ ਰਾਜ ਕਰ ਰਹੇ ਆ, ਗੈਰ ਕਾਨੂੰਨੀ ਉਹ ਆਫੀਸਰ ਆ ਜਿਹੜੇ ਨੌਜਵਾਨਾਂ ਨੂੰ ਘਰਾਂ 'ਚੋਂ ਚੱਕ ਕੇ UAPA ਲਾ ਕੇ ਉਹਨਾਂ ਨੂੰ ਜੇਲ੍ਹਾਂ 'ਚ ਡੱਕ ਰਹੇ ਆ, ਕਿ ਗੈਰ ਕਾਨੂੰਨੀ ਉਹ ਲੋਕ ਆ ਜਿਹੜੇ ਆਪਣੇ ਸੰਵਿਧਾਨਕ ਤੌਰ ਤੇ, ਜਮਹੂਰੀਅਤ ਤੌਰ ਤੇ ਪ੍ਰੋਟੈਸਟ ਕਰ ਰਹੇ ਆ, ਆਪਣੀ ਵਿਚਾਰਧਾਰਾ ਦੀ ਗੱਲ ਰੱਖ ਰਹੇ ਆ। ਸੋ ਅਸੀਂ ਉਦੋਂ ਤੱਕ ਇਹਨੂੰ ਆਜ਼ਾਦ ਨਹੀਂ ਮੰਨਾਂਗੇ, ਇਹਨੂੰ ਆਜ਼ਾਦੀ ਨਹੀਂ ਮੰਨਾਂਗੇ ਜਦੋਂ ਤੱਕ ਸਿੱਖਾਂ ਦੇ, ਮੁਸਲਮਾਨਾਂ ਦੇ, ਦਲਿਤਾਂ ਦੇ, ਈਸਾਈਆਂ ਦੇ ਜਿਹੜੇ ਧਾਰਮਿਕ ਹੱਕ ਹਕੂਕ ਆ ਉਹ ਪੂਰੀ ਤਰ੍ਹਾਂ ਬਹਾਲ ਨਹੀਂ ਹੋ ਜਾਂਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਈਸਾਈ ਆਗੂ ਵੀ ਸਾਡੇ ਨਾਲ ਹੈਗੇ ਨੇ, ਕ੍ਰਿਸਚਨ ਫਰੰਟ ਦੇ ਸਾਂਝਾ ਇੱਕ ਫਰੰਟ ਹੈਗਾ, ਨੈਸ਼ਨਲ ਪ੍ਰਧਾਨ ਹੈਗੇ ਨੇ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ। ਕੀ ਕਹਿਣਾ ਚਾਹੁੰਦੇ ਹੋ ਜੀ, ਤੁਸੀਂ ਹੱਥ ਵਿੱਚ ਬੈਨਰ ਫੜਿਆ ਹੋਇਆ? ਇਹ ਐਕਚੁਅਲੀ ਮੈਂ ਇਹ ਕਹਿਣਾ ਚਾਹੁੰਦਾ ਅੱਜ ਕਿ ਕਿਉਂ ਜਿਹੜਾ ਅੱਜ 15 ਅਗਸਤ 1947 ਦਾ, ਜਿਹਨੂੰ ਆਜ਼ਾਦੀ ਦਿਵਸ ਵਜੋਂ ਪੂਰੇ ਭਾਰਤ ਦੇ ਵਿੱਚ ਜਿਹੜੀਆਂ ਰੂਲਿੰਗ ਪਾਰਟੀਆਂ ਮਨਾਉਂਦੇ ਨੇ, ਪਰ ਅਸੀਂ ਕਿਉਂ ਬਲੈਕ ਡੇ ਮਨਾ ਰਹੇ? ਇਹਦਾ ਮੋਟਾ ਜੇ ਮੈਂ ਵਿਸ਼ਲੇਸ਼ਣ ਕਰਾਂ ਤੇ ਵਾਈ ਆਈ ਸੈਲੀਬ੍ਰੇਟ ਦੀ 15 ਅਗਸਟ ਆਫ 1947, ਮੈਂ ਕਿਉਂ ਸੈਲੀਬ੍ਰੇਟ ਕਰਾਂ 15 ਅਗਸਤ 1947 ਨੂੰ, ਜਦ ਕਿ ਇਸ ਦੇਸ਼ ਦੇ ਵਿੱਚ ਜਿਹੜੇ ਉੜੀਸਾ ਦੇ ਵਿੱਚ ਆ ਲੋਕ ਇੱਕ ਖਾਸ ਮੈਜੋਰਟੀ ਦੇ ਵੱਲੋਂ, ਇੱਕ ਸਪੈਸੀਫਿਕ ਜਿਹੜੀ ਇਸ ਵੇਲੇ ਰੂਲਿੰਗ ਇੱਕ ਐਸਟੈਬਲਿਸ਼ ਜਿਹੜੀ ਕਾਸਟ ਆ ਇਸ ਦੇਸ਼ ਦੇ ਵਿੱਚ ਰਾਜ ਕਰ ਰਹੀ ਆ, ਉਹ ਉੜੀਸਾ ਦੇ ਵਿੱਚ ਬੜੀ ਲਾਰਜ ਸਕੇਲ ਤੇ ਕ੍ਰਿਸਚਨਸ ਦੇ ਜਿਹੜੇ ਆ ਉੱਥੇ ਐਟਰੋਸਿਟੀ ਕਰਦੇ ਨੇ, ਉਹਨਾਂ ਦਾ ਕਤਲੇਆਮ ਕਰਦੇ ਨੇ। ਚਰਚਸ 400 ਦੇ ਕਰੀਬ ਚਰਚਾਂ ਨੂੰ ਅੱਗ ਲਾ ਦਿੱਤੀ ਜਾਂਦੀ ਆ, ਨਾਸ ਦੇ ਨਾਲ ਰੇਪ ਕੀਤੇ ਜਾਂਦੇ ਆ, ਔਰ ਇੱਥੋਂ ਤੱਕ ਕਿ ਉਹਨਾਂ ਤੋਂ ਡਰਦੇ ਹੋਏ ਲੋਕ ਜਿਹੜੇ ਐਕਸਟ੍ਰੀਮਿਸਟ ਲੋਕ ਨੇ, ਚਾਹੇ ਉਹ RSS ਦੇ ਲੋਕ ਹੋਣ, ਚਾਹੇ ਬਜਰੰਗ ਦਲ ਦੇ ਹੋਣ, ਚਾਹੇ ਸ਼ਿਵ ਸੈਨਾ ਦੇ ਲੋਕ ਹੋਣ, ਉਹਨਾਂ ਤੋਂ ਡਰਦੇ ਹੋਏ ਉਹ ਜੰਗਲਾਂ ਵਿੱਚ ਭੱਜ ਜਾਂਦੇ ਨੇ, ਔਰ ਜੰਗਲਾਂ ਵਿੱਚ ਉਹਨਾਂ ਨੂੰ ਰੋਟੀ ਨਾ ਮਿਲਣ ਕਰਕੇ ਉਹ ਭੁੱਖੇ ਪਿੰਜਰ ਬਣ ਜਾਂਦੇ ਨੇ, ਉਹਨਾਂ ਦੇ ਪਿੰਜਰ ਵੀ ਨਹੀਂ ਚੱਕੇ ਜਾਂਦੇ। ਔਰ ਇਸ ਢੰਗ ਦੀ ਜਦੋਂ ਐਟਰੋਸਿਟੀ, ਕਤਲੇਆਮ ਹੋਵੇ ਕਿਸੇ ਕਮਿਊਨਿਟੀ ਦੀ, ਉਹ ਕਿੱਦਾਂ 15 ਅਗਸਤ 1947 ਨੂੰ ਆਪਣਾ ਆਜ਼ਾਦੀ ਦਾ ਦਿਵਸ ਮਨਾਵੇ? ਦੂਸਰੀ ਗੱਲ ਆ ਕਿ ਤੁਸੀਂ ਦੇਖੋ, ਜਦੋਂ ਦਾ ਦੇਸ਼ ਆਜ਼ਾਦ ਹੋਇਆ, ਕੀ ਜਿਹੜਾ ਸੰਵਿਧਾਨ ਲਿਖਿਆ ਗਿਆ ਉਹਦੇ ਮੁਤਾਬਕ ਕੀ ਭਾਰਤ ਦੀ ਘੱਟ ਗਿਣਤੀਆਂ ਨੂੰ, ਕੀ SC ST ਨੂੰ, ਕੀ ਆਦੀਵਾਸੀਆਂ ਨੂੰ, ਕੀ OBC ਨੂੰ ਉਹਨਾਂ ਦੇ ਹੱਕ ਮਿਲੇ? ਅੱਜ ਵੀ 74 ਸਾਲ ਹੋ ਚੁੱਕੇ ਨੇ, ਇਹ ਆਜ਼ਾਦੀ ਦਿਵਸ ਭਾਰਤ ਸਰਕਾਰਾਂ ਜਿਹੜੀਆਂ ਵੀ ਬਣੀਆਂ ਮਨਾ ਰਹੀਆਂ ਨੇ, ਪਰ ਉਹ ਦੱਸਣ, ਉਹ ਵਿਸ਼ਲੇਸ਼ਣ ਕਰਨ, ਆਤਮ ਮੰਥਨ ਕਰਨ ਕਿ ਕੀ ਉਹਨਾਂ ਨੇ ਇਹਨਾਂ ਘੱਟ ਗਿਣਤੀਆਂ ਨੂੰ, SC ST ਨੂੰ, ਆਦੀਵਾਸੀਆਂ ਨੂੰ ਉਹਨਾਂ ਦੇ ਹਕੂਕ ਦਿੱਤੇ ਨੇ? ਅੱਜ ਵੀ ਜਿਨ੍ਹਾਂ ਨੂੰ ਇਹ ਕਹਿੰਦੇ ਨੇ ਨਕਸਲਿਸਟ ਆ, ਨਕਸਲਿਸਟ ਕਿਹਨਾਂ ਨੇ ਪੈਦਾ ਕੀਤੇ? ਇਹਨਾਂ ਦੇ ਆਪਣੇ ਪੈਦਾ ਕੀਤੇ
ਕਿਉਂਕਿ ਉਹ ਆਦੀਵਾਸੀ ਲੋਕ ਜਿਹੜੇ ਸ਼ਾਂਤੀ ਨੂੰ ਪਸੰਦ ਕਰਦੇ ਔਰ ਆਪਣੇ ਥੋੜ੍ਹੀਆਂ ਜ਼ਮੀਨਾਂ ਵਿੱਚ ਰਹਿੰਦੇ ਹੋਏ ਆਪਣਾ ਰੋਜੀ ਰੋਟੀ ਚਲਾਉਂਦੇ, ਪਰ ਇਹਨਾਂ ਨੇ ਉਹਨਾਂ ਨੂੰ ਉਜਾੜ ਕੇ ਉੱਥੇ ਕਾਰਖਾਨੇ ਬਣਾਉਂਦੇ, ਜ਼ਮੀਨਾਂ ਖੋਈਆਂ, ਕੀ ਉਹਨਾਂ ਨੂੰ ਉਹਨਾਂ ਦੇ ਹੱਕ ਦਿੱਤੇ? ਸੋ ਇਹ ਜਿਹੜਾ ਅੱਜ ਬਲੈਕ ਡੇ ਦੇ ਤੌਰ ਤੇ ਘੱਟ ਗਿਣਤੀਆਂ SC ST OBC ਅੱਜ 15 ਅਗਸਤ 1947 ਨੂੰ ਮਨਾ ਰਹੇ ਨੇ, ਉਹਦਾ ਸਿੱਧਾ ਹੈਗਾ ਆ ਸੁਰੱਖਿਆ ਦੀ ਭਾਵਨਾ। ਅੱਜ ਪੰਜਾਬ ਦੇ ਵਿੱਚ ਕੀ ਹੋ ਰਿਹਾ? ਜਿਹੜਾ ਜੁਆਪਾ ਜੂਏ ਪੀਏ ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਆ, ਗੈਰ ਕਾਨੂੰਨੀ ਜਿਹੜੀਆਂ ਗਤੀਵਿਧੀਆਂ ਦੇ ਉੱਪਰ ਜਿਹੜਾ ਇਹ ਕਾਨੂੰਨ ਬਣਿਆ, ਗੈਰ ਕਾਨੂੰਨੀ ਰੋਕੂ ਕਾਨੂੰਨ, ਔਰ ਇਹ ਕਾਹਦੇ ਵਾਸਤੇ ਬਣਿਆ ਸੀ? ਇਹ ਬਣਿਆ ਸੀ ਕਿ ਜਿਹੜੀਆਂ ਵਿਦੇਸ਼ੀ ਤਾਕਤਾਂ ਅਗਰ ਭਾਰਤ ਦੀ ਜਿਹੜੀ ਆ ਇੰਟੈਗਰਿਟੀ ਔਰ ਡਿਗਨਿਟੀ, ਏਕਤਾ ਤੇ ਅਖੰਡਤਾ ਲਈ ਖਤਰਾ ਪੈਦਾ ਕਰਨਗੀਆਂ, ਉਹਨਾਂ ਦੇ ਉੱਪਰ ਇਹ ਜਿਹੜਾ ਆ ਦੇਸ਼ ਦਰੋਹ ਦਾ ਕਾਨੂੰਨ ਜਿਹੜਾ ਇੰਪਲੀਮੈਂਟ ਕੀਤਾ ਜਾਏਗਾ। ਔਰ ਇਹ ਹੋਇਆ ਵੀ ਜਦੋਂ ਮੁੰਬਈ ਦੇ ਵਿੱਚ ਤਾਜ ਮਹਿਲ ਦੇ ਉੱਪਰ ਹਮਲਾ ਕੀਤਾ ਗਿਆ, ਉਸ ਵੇਲੇ ਜਦੋਂ ਕਸਾਬ ਫੜਿਆ ਉਹਦੇ ਖਿਲਾਫ ਵਰਤਿਆ ਗਿਆ। ਪਠਾਨਕੋਟ 에ਅਰਬੇਸ ਦੇ ਉੱਪਰ ਜਿਹੜਾ ਹਮਲਾ ਹੋਇਆ ਉਦੋਂ ਇਹ ਕਾਨੂੰਨ ਵਰਤਿਆ ਗਿਆ। ਪਰ ਇਹ ਕਾਨੂੰਨ ਆਪਣਿਆਂ ਦੇ ਉੱਪਰ, ਜੇ ਫਰੀडम ਆਫ ਸਪੀਚ ਆ, ਜੇ ਮੈਨੂੰ ਆਪਣੇ ਆਜ਼ਾਦੀ ਆ ਬੋਲਣ ਦੀ, ਮੈਨੂੰ ਆਪਣੇ ਧਰਮ ਦੀ ਆਜ਼ਾਦੀ ਆ, ਤਾਂ ਫਿਰ ਜੇ ਮੈਂ ਆਪਣੇ ਵਿਚਾਰ ਜੇ ਰੱਖਦਾ ਆ ਸੰਵਿਧਾਨ ਦੇ ਤਹਿਤ ਰੱਖ ਕੇ, ਫਿਰ ਮੈਨੂੰ ਦੇਸ਼ ਦਰੋਹ ਕਿੱਦਾਂ ਮੈਨੂੰ ਮੰਨ ਲਿਆ ਜਾਂਦਾ? ਮੇਰੇ ਉੱਪਰ ਕਿੱਦਾਂ ਇਹ UAPA ਲਾਇਆ ਦਿੱਤਾ ਜਾਂਦਾ? ਸੋ ਇੱਥੋਂ ਇਹਨਾਂ ਦੀ ਮਨਸ਼ਾ ਜਿਹੜੀ ਆ ਬਿਲਕੁਲ ਕਲੀਅਰ ਆ ਕਿ ਇਹ ਸਿਰਫ ਤੇ ਸਿਰਫ ਜਿਹੜੇ ਕਾਨੂੰਨ ਨੈਸ਼ਨਲ ਲੈਵਲ ਤੇ ਬਣਾਏ ਜਾਂਦੇ ਨੇ, ਉਹ ਸਿਰਫ ਘੱਟ ਗਿਣਤੀਆਂ ਨੂੰ ਡਰਾਉਣ, ਧਮਕਾਉਣ, ਉਹਨਾਂ ਦੀ ਆਵਾਜ਼ ਦਬਾਉਣ ਦੇ ਲਈ। ਇਸੇ ਕਰਕੇ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਵਿੱਚ ਜਦੋਂ ਰੈਫਰੈਂਡਮ ਦੀ ਗੱਲ ਹੋਈ ਆ, ਰੈਫਰੈਂਡਮ ਦੇ ਤਹਿਤ ਇਹਨਾਂ ਨੇ ਜੇ ਕਿਸੇ ਨੇ ਸੋਸ਼ਲ ਮੀਡੀਆ ਦੇ ਉੱਪਰ ਆਪਣੇ ਵਿਚਾਰ ਵੀ ਵਿਅਕਤ ਕਰ ਦਿੱਤੇ, ਵਿਚਾਰ ਕਿਉਂ ਨਾ ਵਿਅਕਤ ਕੀਤੇ ਜਾਣ, ਜੇ ਮੈਨੂੰ ਇਸ ਦੇਸ਼ ਦੇ ਵਿੱਚ ਅਧਿਕਾਰ ਹੀ ਨਹੀਂ ਮਿਲ ਰਹੇ, ਤਾਂ ਫਿਰ ਮੇਰੇ ਕੋਲ ਇੱਕ ਸੋਰਸ ਆ ਕਿ ਮੈਂ ਆਪਣੀ ਗੱਲ ਸੋਸ਼ਲ ਮੀਡੀਆ ਤੇ ਰੱਖਾਂ ਕਿ ਮੇਰੇ ਲਈ ਆਜ਼ਾਦੀ ਦੇ ਮਾਇਨੇ ਕੁਝ ਵੀ ਨਹੀਂ। ਤਾਂ ਜੇ ਕਿਸੇ ਨੇ ਆਪਣੇ ਆਜ਼ਾਦੀ ਦੇ ਮਾਇਨਿਆਂ ਨੂੰ ਵਿਅਕਤ ਕੀਤਾ ਕਿ ਮੈਨੂੰ ਜੀ ਇੱਥੇ ਆਜ਼ਾਦੀ ਨਹੀਂ, ਤੇ ਉਹਦੇ ਉੱਪਰ ਇਹ UAPA ਕਾਨੂੰਨ ਲਾ ਕੇ ਉਹਨੂੰ ਅਰੈਸਟ ਕਰ ਲੈਣਾ, ਔਰ ਬਾਅਦ ਵਿੱਚ ਉਹ ਵਿਚਾਰੇ ਮਾਨਸਿਕ ਦਬਾਅ 'ਚ ਆ ਕੇ, ਜਿਸ ਤਰ੍ਹਾਂ ਇੱਕ ਸੰਗਰੂਰ ਦਾ ਸਿੱਖ ਨੌਜਵਾਨ ਲੜਕਾ ਜਿਹੜਾ ਕਿ ਦਲਿਤ ਸਮਾਜ ਨਾਲ ਸੰਬੰਧਿਤ ਸੀ, ਉਹ ਦਬਾਅ ਵਿੱਚ ਆ ਕੇ ਇੱਕ ਗੁਰਦੁਆਰਾ ਸਾਹਿਬ ਦੇ ਕਮਰੇ ਵਿੱਚ ਸੁਸਾਈਡ ਕਰ ਲੈਂਦਾ। ਸੋ ਕੀ ਉਹਦੀ ਜਾਂਚ ਹੋਈ? ਫਿਰ ਅਸੀਂ ਕਾਹਦੇ ਲਈ ਆਜ਼ਾਦੀ ਮਨਾਈਏ? ਕੀ ਉਹਨਾਂ ਦੇ ਪਰਿਵਾਰ ਨੂੰ ਨਿਆਂ ਮਿਲਿਆ? ਫਿਰ ਅਸੀਂ ਕਾਹਦੇ ਲਈ ਆਜ਼ਾਦੀ ਮਨਾਈਏ? ਜੇ ਪੂਰੇ ਭਾਰਤ ਦੇ ਵਿੱਚ ਜਦੋਂ ਦੀ ਕੇਂਦਰ ਦੇ ਵਿੱਚ ਭਾਜਪਾ ਸਰਕਾਰ ਬਣੀ ਆ, 500 ਤੋਂ ਲੈ ਕੇ 600 ਚਰਚ ਜਿਹੜੇ ਆ ਉਹ ਬੰਦ ਕਰਾ ਦਿੱਤੇ ਗਏ ਨੇ, ਸੀਲਡ ਕਰ ਦਿੱਤੇ ਗਏ ਬਾਈ ਦੀ ਐਡਮਿਨਿਸਟ੍ਰੇਸ਼ਨ, ਬਾਈ ਦੀ ਪ੍ਰਸ਼ਾਸਨ ਵੱਲੋਂ। ਔਰ ਮੈਂ ਇੱਕ ਇੱਥੇ ਇਹ ਵੀ ਗੱਲ ਐਡ ਕਰਨਾ ਚਾਹੁੰਦਾ ਕਿ ਨਾ ਸਿਰਫ ਚਰਚ ਬੰਦ ਕਰਾਏ ਗਏ, ਕਈ ਚਰਚਾਂ ਦੇ ਵਿੱਚ ਮੂਰਤੀ ਸਥਾਪਨਾ ਕੀਤੀਆਂ ਗਈਆਂ ਜ਼ੋਰ ਦੇ ਨਾਲ ਪ੍ਰਸ਼ਾਸਨ ਨੂੰ ਨਾਲ ਲੈ ਕੇ। ਤਾਂ ਫਿਰ ਕੀ ਕ੍ਰਿਸਚਨ ਜਿਹੜੇ ਆ ਉਹ ਆਜ਼ਾਦੀ ਦਾ ਦਿਵਸ ਮਨਾਉਣਗੇ? ਸਾਡੇ ਲਈ ਅੱਜ ਕੋਈ ਆਜ਼ਾਦੀ ਨਹੀਂ। ਆਜ਼ਾਦੀ ਇਸ ਕਰਕੇ ਵੀ ਨਹੀਂ ਮਨਾਈ ਜਾ ਸਕਦੀ ਕਿਉਂਕਿ ਭਗਤ ਸਿੰਘ, ਰਾਜਗੁਰੂ ਸੁਖਦੇਵ ਔਰ ਕਰਤਾਰ ਸਿੰਘ ਸਰਾਭਾ ਔਰ ਹੋਰ ਜਿੰਨੇ ਵੀ ਜਿਹੜੇ ਆ ਕ੍ਰਾਂਤੀਕਾਰੀ ਹੋਏ ਨੇ, ਉਹਨਾਂ ਨੇ ਇਨਕਲਾਬ ਇਸ ਕਰਕੇ ਲਿਆਂਦਾ ਸੀਗਾ ਕਿ ਭਾਰਤ ਦੇ ਵਿੱਚ ਇੱਕ ਸੰਪੂਰਨ ਆਜ਼ਾਦੀ ਹੋਣੀ ਚਾਹੀਦੀ ਹੈ, ਦੇਸ਼ਾਂ ਦੀ ਵੰਡ ਕਰਕੇ ਨਹੀਂ ਆਜ਼ਾਦੀ ਹੋਣੀ ਚਾਹੀਦੀ। ਪਰ ਜਿਹੜੇ ਸੱਤਾ ਦੇ ਭੁੱਖੇ, ਜਿਹੜੇ ਰਾਜ ਕਰਨਾ ਚਾਹੁੰਦੇ ਸੀ, ਉਹਨਾਂ ਨੇ ਆਪਣਾ ਰਾਜ ਕਰਨ ਦੀ ਖਾਤਰ ਇੱਕ ਪੰਜਾਬ ਨੂੰ ਵੰਡ ਦਿੱਤਾ, ਤੇ ਉਹ ਜਿਹੜਾ ਵੰਡਿਆ ਗਿਆ ਉਹਦੇ ਵਿੱਚ ਸਾਡੇ ਹੀ ਆਪਣੇ ਭੈਣ ਭਰਾ ਜਿਹੜੇ ਆ ਜਿਨ੍ਹਾਂ ਦੇ ਰੇਪ ਹੋਏ, ਜਿਨ੍ਹਾਂ ਦੇ ਕਤਲ ਹੋਏ, ਇੱਧਰੋਂ ਗੱਡੀਆਂ ਉੱਧਰ ਕਤਲ ਨਾਲ ਭਰੀਆਂ ਗਈਆਂ, ਉੱਧਰੋਂ ਗੱਡੀਆਂ ਕਤਲਾਂ ਨਾਲ ਇੱਧਰ ਭਰੀਆਂ ਆਈਆਂ, ਤਾਂ ਫਿਰ ਪੰਜਾਬ ਦੇ ਲੋਕ ਕਿੱਦਾਂ ਆਜ਼ਾਦੀ ਮਨਾਉਣਗੇ? ਆਜ਼ਾਦੀ ਇਸ ਕਰਕੇ ਜਿਹੜੀ ਆ ਭਗਤ ਸਿੰਘ, ਰਾਜਗੁਰੂ ਉਹਨਾਂ ਨੇ ਮੰਗੀ ਸੀ ਕਿ ਜਿਹੜੇ ਇਸ ਦੇਸ਼ ਦੇ ਵਿੱਚ ਬ੍ਰਿਟਿਸ਼ ਔਰ ਜਿਹੜੇ ਗੋਰੇ ਜਿਹੜੇ ਰਾਜ ਕਰ ਰਹੇ ਨੇ, ਅਸੀਂ ਇਹਨਾਂ ਤੋਂ ਆਜ਼ਾਦੀ ਪਾ ਕੇ ਅਸੀਂ ਖੁਦ ਰਾਜ ਕਰਨਾ। ਪਰ ਜਿਹੜੇ ਉਹਨਾਂ ਦਾ ਸੁਪਨਾ ਸੀ, ਉਹਨਾਂ ਦਾ ਕਤਲ ਕੀਤਾ ਗਿਆ। ਉਹਨਾਂ ਦਾ ਕਤਲ ਕਰਕੇ ਇਸ ਪੰਜਾਬ ਨੂੰ, ਜਿਹੜਾ ਕਿ ਅਫਗਾਨਿਸਤਾਨ ਤੱਕ, ਕਾਬਲ ਤੱਕ ਇਹ ਪੰਜਾਬ ਸੀ, ਉਹਦੀ ਵੰਡ ਕਰਕੇ ਸਾਡਾ ਬਹੁਤ ਵੱਡਾ ਘਾਣ ਕੀਤਾ ਗਿਆ। ਇਸ ਕਰਕੇ ਵਾਈ ਵੀ ਸ਼ੁੱਡ ਦੀ ਸੈਲੀਬ੍ਰੇਟ ਦੀ ਇੰਡੀਪੈਂਡੈਂਸ ਡੇ। ਅਸੀਂ ਇੰਡੀਪੈਂਡੈਂਸ ਡੇ ਕਦੇ ਵੀ ਆਜ਼ਾਦੀ ਦੇ ਤੌਰ ਤੇ ਨਹੀਂ ਮਨਾ ਸਕਦੇ ਕਿਉਂਕਿ ਇਸ ਦੇਸ਼ ਦੇ ਵਿੱਚ ਆਜ਼ਾਦੀ ਦੇ ਮਾਇਨੇ ਜਿਹੜੇ ਅੱਜ ਤੱਕ ਪੂਰੇ ਨਹੀਂ ਹੋਏ। ਆਜ਼ਾਦੀ ਇਹ ਉਹ ਲੋਕ ਮਨਾਉਂਦੇ ਨੇ ਜਿਹੜੇ ਰੂਲਿੰਗ ਕਰ ਰਹੇ ਨੇ। ਉਹਨਾਂ ਨੇ ਜਦੋਂ ਦੇਸ਼ ਆਜ਼ਾਦ ਨਹੀਂ ਵੀ ਹੋਇਆ ਸੀ ਉਦੋਂ ਵੀ ਆਜ਼ਾਦੀ ਮਨਾਉਂਦੇ ਸੀ, ਉਦੋਂ ਵੀ ਉਹ ਬ੍ਰਿਟਿਸ਼ ਗੌਰਮੈਂਟ ਦੀਆਂ ਗੱਡੀਆਂ ਦੇ ਵਿੱਚੋਂ ਜਿਹੜੇ ਸੈਰ ਕਰਦੇ ਸੀ ਔਰ ਐਸ਼ੋ ਆਰਾਮ ਕਰਦੇ ਸੀ। ਸੋ ਇਸ ਕਰਕੇ ਸਾਡੇ ਲਈ ਕੋਈ ਆਜ਼ਾਦੀ ਨਹੀਂ। ਅੱਜ ਬਲੈਕ ਡੇ ਇਸ ਕਰਕੇ ਮਨਾਇਆ ਗਿਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ, ਦਲ ਖਾਲਸਾ ਵੱਲੋਂ ਔਰ ਯੂਨਾਈਟਿਡ ਅਕਾਲੀ ਦਲ ਵੱਲੋਂ, ਔਰ ਉਹਦੇ ਵਿੱਚ ਸਿੱਖ, ਮੁਸਲਿਮ ਔਰ ਦਲਿਤ ਔਰ ਕ੍ਰਿਸਚਨ ਸਾਂਝਾ ਫਰੰਟ ਨੇ ਉਹਨਾਂ ਨੂੰ ਸਮਰਥਨ ਦਿੱਤਾ ਕਿ ਅਸੀਂ ਤੁਹਾਡੇ ਨਾਲ ਆ ਕਿਉਂਕਿ ਸਾਡੇ ਲਈ ਕੋਈ ਆਜ਼ਾਦੀ ਨਹੀਂ ਹੈਗੀ। ਸੋ ਇਸ ਕਰਕੇ ਅਸੀਂ ਅੱਜ ਇੱਥੇ ਬਲੈਕ ਡੇ ਮਨਾ ਕੇ ਅਸੀਂ ਕੇਂਦਰ ਸਰਕਾਰ ਨੂੰ ਔਰ ਪੰਜਾਬ ਸਰਕਾਰ ਨੂੰ ਇੱਕ ਮੈਸੇਜ ਕਲੀਅਰਲੀ ਦੇਣਾ ਚਾਹੁੰਦੇ ਹਾਂ। ਜਦ ਤੱਕ ਕੇਂਦਰ ਸਰਕਾਰ ਵੱਲੋਂ ਪਾਸ ਕੀਤਾ ਗਿਆ
ਖੇਤੀ ਆਰਡੀਨੈਂਸ ਵਾਪਸ ਨਹੀਂ ਲਿਆ ਜਾਂਦਾ, ਇਸੇ ਤਰ੍ਹਾਂ ਇਹ ਬਲੈਕ ਡੇ ਹਰ ਸਾਲ ਮਨਾਇਆ ਜਾਇਆ ਕਰੇਗਾ। ਔਰ ਜਦੋਂ ਤੱਕ ਜੋਪਾ ਜਿਹੜਾ UAP ਭਾਰਤ ਦੇ ਨਾਗਰਿਕਾਂ ਦੇ ਉੱਪਰ ਲਾ ਕੇ ਅੱਜ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾ ਰਿਹਾ, ਜਦ ਤੱਕ ਉਹਨਾਂ ਦੀ ਰਿਹਾਈ ਨਹੀਂ ਹੁੰਦੀ ਔਰ ਇਹ ਕਾਨੂੰਨ ਜਿਹੜਾ ਰੱਦ ਨਹੀਂ ਹੁੰਦਾ, ਉਦੋਂ ਤੱਕ ਇਹ ਬਲੈਕ ਡੇ ਮਨਾਇਆ ਜਾਇਆ ਕਰੇਗਾ। ਸੋ ਇਸ ਕਰਕੇ ਮੈਂ ਪੰਜਾਬ ਵਾਸੀਆਂ ਨੂੰ, ਉਹਨਾਂ ਲੋਕਾਂ ਨੂੰ ਇਹ ਅਪੀਲ ਕਰਦਾ ਜਿਹੜੇ ਘੱਟ ਗਿਣਤੀਆਂ ਦੇ ਵਿੱਚੋਂ ਨੇ, ਚਾਹੇ ਉਹ ਸਿੱਖ ਨੇ, ਚਾਹੇ ਉਹ ਮੁਸਲਮਾਨ ਨੇ, ਚਾਹੇ ਉਹ ਕ੍ਰਿਸਚਨ ਨੇ, ਚਾਹੇ ਉਹ ਬੋਧੀ ਨੇ, ਫਾਰਸੀ ਨੇ, ਜੈਨੀ ਨੇ, ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਇਸ ਆਜ਼ਾਦੀ ਨੂੰ ਆਜ਼ਾਦੀ ਨਾ ਸਮਝੋ, ਬਲਕਿ ਇਹਨੂੰ ਆਪਣੇ ਲਈ ਇੱਕ ਕਾਲਾ ਦਿਵਸ ਸਮਝੋ, ਕਿਉਂਕਿ ਤੁਹਾਡੇ ਹੱਕਾਂ ਦਾ ਕਤਲ ਹੋਇਆ। ਅੱਜ ਵੀ ਸੰਵਿਧਾਨ ਦੇ ਤਹਿਤ ਜਿਹੜੇ ਹੱਕ ਨੇ ਸਾਨੂੰ ਮਿਲ ਨਹੀਂ ਰਹੇ। ਸੋ ਇਸ ਕਰਕੇ ਮੈਂ ਉਹਨਾਂ ਦਲਿਤਾਂ ਨੂੰ ਵੀ ਬੇਨਤੀ ਕਰਦਾ ਕਿ ਤੁਹਾਨੂੰ ਘੋੜੀ ਦੇ ਉੱਪਰ ਚੜ੍ਹਨ ਨਹੀਂ ਦਿੱਤਾ ਜਾ ਰਿਹਾ, ਕਿਉਂਕਿ ਮੈਂ ਜਦੋਂ ਕਦੀ ਪਿੱਛੇ ਪੜ੍ਹਦਾ ਆ ਤੇ ਉਹਦੇ ਵਿੱਚ ਅਸੀਂ ਇਹ ਪੜ੍ਹਦੇ ਹਾਂ ਕਿ ਆਜ਼ਾਦੀ ਤੋਂ ਪਹਿਲਾਂ ਜਿਹੜੇ ਮਾਨ ਸਨਮਾਨ ਆ ਜ਼ਿਆਦਾ ਸੀਗੇ, ਪਰ ਜਦੋਂ ਦੀ ਆਜ਼ਾਦੀ ਤੋਂ ਬਾਅਦ ਇਹ ਜਿਹੜਾ ਕਾਸਟਿਜ਼ਮ ਦਾ ਪੱਤਾ ਇਸ ਦੇਸ਼ ਦੇ ਵਿੱਚ ਖੇਡਿਆ ਜਾ ਰਿਹਾ ਬਹੁ ਗਿਣਤੀਆਂ ਵੱਲੋਂ, ਤਾਂ ਕਿ ਉਹਨਾਂ ਘੱਟ ਗਿਣਤੀਆਂ ਨੂੰ ਦਬਾਇਆ ਜਾ ਸਕੇ। ਦਲਿਤਾਂ ਨੂੰ ਘੋੜੀ ਨਹੀਂ ਚੜ੍ਹਨ ਦਿੱਤਾ ਜਾ ਰਿਹਾ। ਉਹ 15 ਅਗਸਤ 1947 ਕਿਉਂ ਮਨਾਉਣਗੇ? ਜੇ ਉਹਨਾਂ ਨੂੰ ਵਿਆਹ ਵੇਲੇ ਘੋੜੀ ਤੇ ਚੜ੍ਹਨ ਦਿੱਤਾ ਜਾਂਦਾ ਤੇ ਉਹ ਜਿਹੜੇ ਦਲਿਤ ਅੱਜ 1947 ਦੀ ਆਜ਼ਾਦੀ ਮਨਾ ਰਹੇ ਆ, ਮੈਂ ਸਮਝਦਾ ਉਹਨਾਂ ਦਲਿਤਾਂ ਨੂੰ ਰਿਵਿਊ ਕਰਨਾ ਚਾਹੀਦਾ। ਭਾਵੇਂ ਕਿ ਉਹ ਸਰਕਾਰਾਂ 'ਚ ਬੈਠ ਕੇ ਇਹ ਕੰਮ ਕਰ ਰਹੇ ਨੇ, ਪਰ ਆਪਣੀ ਜ਼ਮੀਰ ਨੂੰ ਮਰਨ ਨਹੀਂ ਦੇਣਾ ਚਾਹੀਦਾ, ਜ਼ਮੀਰ ਨੂੰ ਜਿੰਦਾ ਰੱਖਣਾ ਚਾਹੀਦਾ, ਕਿਉਂਕਿ ਆਫਟਰ ਆਲ ਤੁਹਾਡੇ ਜ਼ਮੀਰ ਦੀ ਵਜ੍ਹਾ ਨਾਲ ਹੀ ਤੁਸੀਂ ਇਸ ਧਰਤੀ ਦੇ ਉੱਪਰ ਤੁਹਾਡੀ ਇੱਕ ਪਛਾਣ ਆ, ਤੁਹਾਡੀ ਇੱਕ ਗੱਲ ਹੈਗੀ ਆ। ਸੋ ਇਸ ਕਰਕੇ ਉਹਨਾਂ ਮੈਂ ਦਲਿਤਾਂ ਨੂੰ ਬੇਨਤੀ ਕਰਦਾ ਕਿ ਉਹ ਵੀ 15 ਅਗਸਤ 1947 ਨੂੰ ਕਾਲਾ ਦਿਵਸ ਵਜੋਂ ਮਨਾਉਣ, ਜਦ ਤੱਕ ਉਹਨਾਂ ਨੂੰ ਘੋੜੀ ਤੇ ਨਹੀਂ ਚੜ੍ਹਨ ਦਿੱਤਾ ਜਾਂਦਾ। ਔਰ ਇੱਧਰ ਯੂਪੀ ਦੇ ਵਿੱਚ ਤਾਂ ਇਹ ਵੀ ਹੈਗਾ ਕਿ ਜਿਹੜੇ ਮਤਲਬ ਗੋਲਡਨ ਕਾਸਟ ਨੇ, ਜਿਹੜੇ ਆਪਣੇ ਆਪ ਨੂੰ ਇਸ ਦੇਸ਼ ਦੇ ਬ੍ਰਾਹਮਣ ਅਖਵਾਉਂਦੇ ਨੇ, ਉਹਨਾਂ ਨੇ ਤਾਂ ਇਹ ਵੀ ਕਿਹਾ ਆ ਕਿ ਜਿਹੜਾ ਦਲਿਤ ਆ ਉਹ ਸਾਡੇ ਘਰ ਦੇ ਮੁਰ ਦੀ ਜੁੱਤੀ ਪਾ ਕੇ ਲੰਘ ਨਹੀਂ ਸਕਦਾ, ਤੇ ਉੱਥੇ ਜਿਹੜੇ ਦਲਿਤ ਨੇ ਉਹ ਸਿਰ ਤੇ ਜੁੱਤੀ ਪਾ ਕੇ ਅੱਗੇ ਲੰਘਦੇ ਨੇ। ਸੋ ਮੈਂ ਉਹਨਾਂ ਦਲਿਤ ਭਰਾਵਾਂ ਨੂੰ ਬੇਨਤੀ ਕਰਦਾ, ਘੱਟੋ ਘੱਟ ਆਪਾਂ ਇੰਨਾ ਤਾਂ ਵਿਚਾਰ ਕਰ ਲਈਏ 15 ਅਗਸਤ 1947 ਮਨਾਉਣ ਵੇਲੇ ਕਿ ਕੀ ਸਾਨੂੰ ਜੁੱਤੀ ਪਾ ਕੇ ਕਿਸੇ ਬ੍ਰਾਹਮਣ ਦੇ ਘਰ ਦੇ ਅੱਗੇ ਦੀ ਲੰਘਣ ਦੀ ਇਜਾਜ਼ਤ ਹੈ। ਜਦ ਤੱਕ ਇਹ ਸਾਰੀਆਂ ਗੱਲਾਂ ਪੂਰੀਆਂ ਹੁੰਦੀਆਂ, ਉਦੋਂ ਤੱਕ ਅਸੀਂ 15 ਅਗਸਤ 1947 ਨੂੰ ਬਲੈਕ ਡੇ ਮਨਾਵਾਂਗੇ, ਜਦੋਂ ਤੱਕ ਸਾਡੇ ਹੱਕ ਬਹਾਲ ਨਹੀਂ ਹੁੰਦੇ। ਸੋ ਇੰਨੀਆਂ ਬੇਨਤੀਆਂ ਕਰਦਾ ਮੈਂ ਸਭ ਨੂੰ। ਜੈ ਭੀਮ, ਜੈ ਭਾਰਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਲ ਖਾਲਸਾ ਦੇ ਸੀਨੀਅਰ ਆਗੂ ਵੀ ਸਾਡੇ ਨਾਲ ਹੈਗੇ ਨੇ, ਹਰਵਿੰਦਰ ਸਿੰਘ ਹਰਮੋਏ। ਕੀ ਕਹਿਣਾ ਚਾਹੁੰਦੇ ਹੋ? ਪੰਜਾਬ ਦਾ ਕਹਿੰਦੇ ਉਜਾੜਾ ਹੋਇਆ, ਉਹ ਲੋਕ ਤੇ ਆਜ਼ਾਦ ਹੋ ਗਏ, ਪਰ ਪੰਜਾਬ ਵੰਡਿਆ ਗਿਆ। ਇੱਕ ਨਹੀਂ, ਦੋ ਨਹੀਂ, ਹਜ਼ਾਰਾਂ ਲੱਖਾਂ ਪਰਿਵਾਰ ਜਿਹੜੇ ਸੀਗੇ ਉਹ ਉਜੜ ਗਏ। ਕੀ ਕਹਿਣਾ ਚਾਹੁੰਦੇ ਹੋ ਪੰਜਾਬ ਦੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਸ਼ਾਇਦ ਉਹ ਸਾਰਾ ਕੁਝ ਭੁੱਲ ਗਿਆ, ਔਰ ਜਿਹੜੇ ਅੱਜ ਆਜ਼ਾਦੀ ਦੇ ਜਸ਼ਨਾਂ ਵਿੱਚ ਹਿੱਸਾ ਲੈਂਦੇ ਨੇ, ਉਹਨਾਂ ਪੰਜਾਬੀਆਂ ਨੂੰ ਕਹਿਣ ਵਾਸਤੇ ਹੈ ਕੁਝ ਤੁਹਾਡੇ ਕੋਲ? ਦੇਖੋ 1947 ਦੇ ਵਿੱਚ 14 ਤਰੀਕ ਨੂੰ ਮੁਸਲਮਾਨਾਂ ਨੂੰ ਆਜ਼ਾਦੀ ਮਿਲੀ ਤੇ 15 ਨੂੰ ਹਿੰਦੂਆਂ ਨੂੰ, ਤੇ ਸਾਡੇ ਨਾਲ ਵਿਸ਼ਵਾਸਘਾਤ ਹੋਇਆ। ਤੇ ਇਹ ਵਿਸ਼ਵਾਸਘਾਤ ਜਿਹੜਾ ਸੀ ਲਗਾਤਾਰ ਜਿਹੜਾ ਦਹਾਈ ਸਾਨੂੰ ਦੁਹਰਾ ਰਹੇ ਨੇ, ਉਹ ਵਾਰ-ਵਾਰ ਦੁਹਰਾ ਰਹੇ ਨੇ। ਸੰਵਿਧਾਨ ਦੇ ਵਿੱਚ ਕੋਈ ਸਾਡੇ ਹੱਕ ਹਕੂਕ ਨਹੀਂ, ਪਾਣੀਆਂ ਦੀ ਲੁੱਟ, ਬਿਜਲੀ ਦੀ ਲੁੱਟ, ਤੇ ਹੁਣ ਕਿੱਥੋਂ ਤੱਕ ਸਾਡੇ ਦਰਬਾਰ ਸਾਹਿਬ ਤੇ ਸਿੱਖ ਕੌਮ ਤੇ ਸਿੱਧਾ ਇਹਨਾਂ ਭਾਰਤ ਸਰਕਾਰ ਵੱਲੋਂ ਹਮਲਾ ਕੀਤਾ ਗਿਆ। ਉਹ ਆਜ਼ਾਦੀ ਕਿੱਦਾਂ ਮਨਾਉਣ? 2006 ਤੋਂ ਅਸੀਂ ਲਗਾਤਾਰ ਬਲੈਕ ਡੇ ਮਨਾ ਰਹੇ ਹਾਂ। ਪਹਿਲਾਂ ਕੁਝ ਜ਼ਿਲ੍ਹਿਆਂ ਵਿੱਚ ਹੁੰਦਾ ਸੀ, ਅੱਜ ਸਾਨੂੰ ਕਾਫੀ ਸਹਿਯੋਗ, ਲੋਕ ਜਾਗਰੂਕ ਹੋ ਰਹੇ ਨੇ, ਸਾਰੇ ਜ਼ਿਲ੍ਹਿਆਂ ਵਿੱਚ ਅੱਜ ਮਨਾਇਆ ਗਿਆ ਬਲੈਕ ਡੇ। ਹੁਣ ਜਿਹੜਾ ਨਵਾਂ UAP ਕਾਲੇ ਕਾਨੂੰਨ ਤਹਿਤ 9 ਮੁੰਡਿਆਂ ਨੂੰ ਲਾਇਆ ਗਿਆ, ਉਸ ਤੋਂ ਬਾਅਦ 4 ਹੋਰ ਜਿਹੜੇ ਗੈਰ ਮੁਸਲਿਮ ਉਹਨਾਂ ਤੇ ਲਾਇਆ ਗਿਆ UAP ਕਾਲਾ ਕਾਨੂੰਨ, ਤੇ ਖੇਤੀ ਆਰਡੀਨੈਂਸ ਜਿਹੜੇ ਸਾਡੇ ਹੈਗੇ ਨੇ ਕਿਸਾਨ ਵਿਰੋਧੀ, ਉਹ ਜਾਰੀ ਕਰਕੇ ਸਾਡੀ ਜਿਹੜੀ ਪੰਚਾਇਤੀ ਜ਼ਮੀਨਾਂ ਉਹ ਹਥਿਆ ਲਈਆਂ ਇਹਨਾਂ ਨੇ, ਤੇ ਜਿਹੜਾ MSP ਰੇਟ ਖਤਮ ਕਰਕੇ ਕਿਸਾਨੀ ਨੂੰ ਬਿਲਕੁਲ ਖਤਮ ਕੀਤਾ ਜਾ ਰਿਹਾ। ਇਸ ਵਿਰੋਧੀ ਅੱਜ ਸਾਰਿਆਂ ਨੇ ਰਲ ਮਿਲ ਕੇ ਅੱਜ ਅਸੀਂ ਬਲੈਕ ਡੇ ਮਨਾ ਕੇ ਸਿੱਧਾ ਸੱਦਾ ਦਿੱਤਾ ਕਿ ਅਸੀਂ ਸਾਨੂੰ ਆਜ਼ਾਦੀ ਚਾਹੀਦੀ ਆ, ਆਜ਼ਾਦੀ ਤੱਕ ਅਸੀਂ ਸੰਘਰਸ਼ ਜਿਹੜਾ ਜਾਰੀ ਰੱਖਾਂਗੇ। ਸੋ ਇਹਨਾਂ ਦਾ ਕਹਿਣਾ ਹੈਗਾ ਕਿ ਅਸਲ ਮਾਇਨਿਆਂ ਦੇ ਵਿੱਚ ਜਿਹੜੀ ਆਜ਼ਾਦੀ ਆਉਣੀ ਚਾਹੀਦੀ ਸੀਗੀ ਉਹ ਆਜ਼ਾਦੀ ਨਹੀਂ ਆਈ। ਪੰਜਾਬ ਦੇ ਲੋਕ, ਇਕੱਲੇ ਪੰਜਾਬ ਦੇ ਨਹੀਂ, ਪੂਰੇ ਭਾਰਤ ਦੇ ਵਿੱਚ ਵੱਖ-ਵੱਖ ਫਿਰਕਿਆਂ ਦੇ ਲੋਕ, ਖਾਸ ਕਰਕੇ ਘੱਟ ਗਿਣਤੀ ਕੌਮਾਂ ਦੇ ਲੋਕ ਅੱਜ ਗੁਲਾਮਾਂ ਵਰਗਾ ਜੀਵਨ ਬਸਰ ਕਰ ਰਹੇ ਨੇ। ਸਮੁੱਚੀ ਗੱਲਬਾਤ ਵਿੱਚੋਂ ਇਹ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਪੰਜਾਬ ਦੇ ਉਹ ਲੋਕ ਆਜ਼ਾਦੀ ਭਲਾ ਕਿਉਂ ਮਨਾਉਣ ਜਿਨ੍ਹਾਂ ਲੋਕਾਂ ਨੂੰ ਅੱਜ ਤੋਂ 73-74 ਵਰ੍ਹੇ ਪਹਿਲਾਂ ਉੱਜੜਨਾ ਪਿਆ ਸੀਗਾ। ਇੱਧਰਲਿਆਂ ਨੂੰ ਉੱਧਰ, ਪਾਕਿਸਤਾਨ ਵਾਲਿਆਂ ਨੂੰ ਇੱਧਰ ਉੱਜੜ ਕੇ ਆਉਣਾ ਪਿਆ ਸੀਗਾ। ਇੱਕ ਨਹੀਂ, ਦੋ ਨਹੀਂ, ਹਜ਼ਾਰਾਂ ਲੱਖਾਂ ਪਰਿਵਾਰ ਉੱਜੜ ਗਏ ਸਨ। ਪਤਾ ਨਹੀਂ ਕਿੰਨਿਆਂ ਕੁ ਬੇਗੁਨਾਹ ਔਰਤਾਂ ਦੇ ਨਾਲ ਜਬਰ ਜਨਾਹ ਕੀਤਾ ਗਿਆ ਸੀਗਾ, ਕਿੰਨਾ ਖੂਨ ਡੁੱਲਿਆ ਸੀਗਾ। ਔਰ ਸ਼ਾਇਦ ਅੱਜ ਜਿਹੜੇ ਪੰਜਾਬ ਦੇ ਲੋਕ ਵੱਡੀ ਗਿਣਤੀ ਵਿੱਚ ਆਜ਼ਾਦੀ ਦੇ ਜਸ਼ਨਾਂ ਵਿੱਚ ਭਾਗ ਲੈਂਦੇ ਹੈਗੇ ਆ, ਸ਼ਾਇਦ ਉਹਨਾਂ ਨੂੰ ਅੱਜ ਉਹ ਸਾਰਾ ਕੁਝ ਚੇਤੇ ਨਹੀਂ ਹੈਗਾ। ਸ਼ਾਇਦ ਇਸੇ ਕਰਕੇ ਹੀ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਕੇ 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਉਂਦੇ ਨੇ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ।